गल की लापरवाही वाली वो गल जी असी सारी दुनिया जाने जाने कि असी बिल्कुल हुण लापरवाह हो गए हैं। ਤੇ ਮੈਂ ਇਸ ਕਰਕੇ ਰਸੋਈ ਦੀ ਗੱਲ ਕੀਤੀ ਕਿਉਂਕਿ ਜਦੋਂ ਤੜਕਾ ਲਾਉਂਦੀਆਂ ਨੇ ਨਾ ਸੁਆਣੀਆਂ ਉਦੋਂ ਕੋਈ ਨਾ ਕੋਈ ਐਕਸਪੈਰੀਮੈਂਟ ਕਰਦੀਆਂ ਰਹਿੰਦੀਆਂ ਨੇ ਜੀ ਤੇ ਇਸੇ ਤਰ੍ਹਾਂ ਹੁਣ ਟੀਕਾਕਰਨ ਦੇ ਵਿੱਚ ਵੀ ਕੋਈ ਐਕਸਪੈਰੀਮੈਂਟ ਹੋ ਰਿਹਾ। ਹੁਣ ਭਾਰਤ ਚੋਂ ਇੱਕ ਚੰਗੀ ਖਬਰ ਆ ਕਿ ਉੜੀਸਾ ਦਾ ਸ਼ਹਿਰ ਭੁਵਨੇਸ਼ਵਰ ਜਿਹੜਾ ਆ ਉਹ 100% ਟੀਕਾਕਰਨ ਵਾਲਾ ਸ਼ਹਿਰ ਹਿੰਦੁਸਤਾਨ ਦੇ ਵਿੱਚ ਬਣ ਗਿਆ। ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਵੱਧ ਖਤਰਾ ਪੁਲਿਸ ਸਟੇਸ਼ਨਾਂ 'ਚ ਹੈ। ਲੋਕਤੰਤਰ ਦੇ ਵਿੱਚ ਜੇ ਸਭ ਤੋਂ ਕੋਈ ਇੰਪੋਰਟੈਂਟ ਚੀਜ਼ ਆ ਜਿਹੜੀ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਕੋਸ਼ਿਸ਼ ਦੇ ਵਿੱਚ ਰਹਿੰਦੀ ਆ ਤੇ ਉਹ ਸੁਪਰੀਮ ਕੋਰਟ। ਇੱਜ਼ਤ ਬਚਾਉਣ ਤੋਂ ਮਤਲਬ ਇਹ ਆ ਕਿ ਪੁਲਿਸ ਸਟੇਸ਼ਨ ਜਾ ਕੇ ਕਿਸੇ ਦੇ ਵੀ ਥੱਪੜ ਜਿਹੜੇ ਨੇ ਪੈ ਸਕਦੇ ਨੇ, ਕਿਸੇ ਦੇ ਵੀ ਹੂਰੇ ਪੈ ਸਕਦੇ ਨੇ, ਕਿਸੇ ਦੇ ਵੀ ਕੱਪੜੇ ਪਾੜੇ ਜਾ ਸਕਦੇ ਨੇ ਉੱਥੇ ਜਾ ਕੇ। ਦੇਖੋ ਇਹ ਜਿਹੜੇ ਤੁਸੀਂ ਉੱਪਰੋਂ ਫੋਨ ਆਉਣ ਦੀ ਗੱਲ ਕਰਦੇ ਆ ਬਿਲਕੁਲ ਇਹ 100% ਠੀਕ ਗੱਲ ਆ। ਸਰਕਾਰ ਵਿਰੋਧੀ ਗੱਲਾਂ ਨੇ ਜੀ ਸਰਕਾਰ ਵਿਰੋਧੀ ਤੁਸੀਂ ਉਹਨਾਂ ਨੂੰ ਨਾ ਕਹੀਏ ਕਿਉਂਕਿ ਜਦੋਂ ਅਸੀਂ ਕੁਝ ਸਰਕਾਰ ਦੇ ਖਿਲਾਫ ਕੋਈ ਸਵਾਲ ਉਠਾਉਂਦੇ ਆ ਤੇ ਫਿਰ ਅਸੀਂ ਸਰਕਾਰ ਵਿਰੋਧੀ ਹੋ ਜਾਂਦੇ ਤੇ ਅਸੀਂ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਆ ਉਹ ਸਭ ਤੋਂ ਜ਼ਿਆਦਾ ਇਹਦੀ ਟਾਈਮਿੰਗ ਦੇ ਉੱਤੇ ਧਿਆਨ ਦਿੰਦੇ। SECC ਸੋਸ਼ੀਓ ਇਕਨੋਮਿਕ ਕਾਸਟ ਬੇਸ ਸੈਂਸਸ ਉਹਦਾ ਪਾਇਲਟ ਪ੍ਰੋਜੈਕਟ ਪੰਜਾਬ 'ਚ ਹੋਇਆ। ਕਾਰਪੋਰੇਟ ਖੇਤੀ ਛੱਡੋ ਦਿਵਸ ਉਹਨਾਂ ਨੇ ਕਿਹਾ ਇਹਨੂੰ ਤੇ ਬਿਲਕੁਲ ਨਵੀਂ ਗੱਲ ਸਾਹਮਣੇ ਲੈ ਕੇ ਆਂਦੀ ਹੈ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ 'ਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਕਰੋਨਾ ਦੀ ਤੀਜੀ ਲਹਿਰ ਨੇ ਕਿੱਥੇ ਦਿੱਤੀ ਹੈ ਤੇਜ਼ੀ ਨਾਲ ਦਸਤਕ, 2 ਟੀਕਿਆਂ ਦੇ ਮਿਕਸਚਰ ਦੀ ਕੀ ਹੈ ਕਹਾਣੀ, ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਬਾਰੇ ਕੀ ਆਖਿਆ, NIA ਹੁਣ ਕਿੱਥੇ ਕਰ ਰਹੀ ਹੈ ਛਾਪੇਮਾਰੀ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਤੇ ਪਾਵਾਂਗੇ ਝਾਤ ਯਾਨੀ ਕਰਾਂਗੇ ਕੁਝ ਗੱਲਾਂ ਬਾਤਾਂ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੋਂ ਸਾਡੇ ਨਾਲ ਸਟੂਡੀਓ 'ਚ ਅੱਜ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅੰਮ੍ਰਿਤਪਾਲ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਪਰਵਿੰਦਰ ਜੀ। ਅੱਜ ਸ਼ੁਰੂਆਤ ਕਰੋਨਾ ਤੋਂ ਫਿਰ ਤੋਂ ਕਰਨੀ ਪੈ ਰਹੀ ਹੈ ਕਿਉਂਕਿ ਅਸੀਂ ਥੋੜੇ ਨਹੀਂ ਬਹੁਤ ਲਾਪਰਵਾਹ ਹੋ ਗਏ। ਕਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਕਿੱਥੇ-ਕਿੱਥੇ ਇਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਮਾਮਲੇ ਵਧੇ ਨੇ ਤੇ ਸਰਕਾਰ ਕੀ ਕਰ ਰਹੀ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਾਫੀ ਦਿਨਾਂ ਤੋਂ ਇੱਦਾਂ ਲੱਗਦਾ ਸੀਗਾ ਕਿ ਜਿਹੜਾ ਸਿਸਟਮ ਆ ਹੁਣ ਕਾਫੀ ਤੇਜ਼ੀ ਨਾਲ ਨਾਰਮਲਾਈਜੇਸ਼ਨ ਵੱਲ, ਆਮ ਜਨ ਜੀਵਨ ਜਿਹੜਾ ਆ ਉਹਦੇ ਵੱਲ ਆਮ ਤਰੀਕੇ ਨਾਲ ਜ਼ਿੰਦਗੀ ਸ਼ੁਰੂ ਹੋ ਜਾਏਗੀ ਚੱਲਣੀ ਤੇ ਕੋਵਿਡ ਨਾਂ ਦੀ ਜਿਹੜੀ ਬਿਮਾਰੀ ਸੀ ਉਹਦੇ ਤੋਂ ਅਸੀਂ ਕਾਫੀ ਦੂਰ ਨਿਕਲ ਜਾਵਾਂਗੇ, ਸਾਡੇ ਤੋਂ ਪਿੱਛੇ ਰਹਿ ਜਾਏਗੀ। ਕਿਉਂਕਿ ਜਨਵਰੀ 16 ਜਦੋਂ ਤੋਂ ਟੀਕਾਕਰਨ ਸ਼ੁਰੂ ਹੋਇਆ ਥੋੜਾ ਸਲੋ ਸੀ ਪਰ ਫਿਰ ਵੀ ਅਸੀਂ ਕਰਦਿਆਂ ਜਨਵਰੀ ਤੋਂ ਲੈ ਕੇ ਅਗਸਤ ਤੱਕ ਕੋ 7 7.5 8 ਮਹੀਨਿਆਂ ਦੇ ਵਿੱਚ 50 ਕਰੋੜ ਤੱਕ ਟੀਕੇ ਜਿੱਦਾਂ ਸਰਕਾਰ ਕਹਿੰਦੀ ਆ 50 ਕਰੋੜ ਤੱਕ ਸਾਡੀ ਵੈਕਸੀਨੇਸ਼ਨ ਜਿਹੜੀ ਆ ਹੋ ਗਈ ਆ। ਤੇ ਜੇ 2 ਮਹੀਨੇ ਹੋਰ ਜਿੱਦਾਂ ਸਰਕਾਰੀ ਅੰਕੜੇ ਆ ਰਹੇ ਉਹਦੇ ਹਿਸਾਬ ਨਾਲ ਅਸੀਂ ਅੱਧੀ ਜਨਸੰਖਿਆ ਨੂੰ ਕਵਰ ਕਰ ਜਾਾਂਗੇ ਸਤੰਬਰ ਅਕਤੂਬਰ ਦੇ ਨੇੜੇ ਤੇੜੇ। ਹਾਲਾਂਕਿ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਅਸੀਂ ਦਸੰਬਰ ਤੱਕ ਸਾਰਿਆਂ ਨੂੰ ਹੀ ਜਿਹੜੀ ਵੈਕਸੀਨੇਸ਼ਨ ਉਹ ਕਰਵਾ ਦੇਣੀ ਆ। ਜਦੋਂ ਪਹਿਲੀ ਲਹਿਰ ਆਈ ਸੀ ਉਦੋਂ ਬਿਲਕੁਲ ਇੱਕ ਨਵੀਂ ਤਰ੍ਹਾਂ ਦੀ ਸਮੱਸਿਆ ਸੀ, ਨਵੀਂ ਤਰ੍ਹਾਂ ਦੇ ਸੰਸਾਰ ਦੇ ਵਿੱਚ ਅਸੀਂ ਪਹੁੰਚ ਗਏ ਸੀ ਤੇ ਮਹਾਰਾਜ ਨੇ ਇਹ ਕਿਹਾ ਸੀਗਾ ਕਿ ਦੁਨੀਆ ਕੋਵਿਡ ਤੋਂ ਪਹਿਲਾਂ ਵਾਲੀ ਮੁੜ ਕੇ ਕਦੀ ਨਹੀਂ ਰਹੇਗੀ। ਜ਼ਮੀਨੀ ਤੌਰ ਦੇ ਉੱਤੇ ਧਰਤੀ ਦੇ ਉੱਤੇ ਇੰਨੇ ਸਾਰੇ ਬਦਲਾਅ ਆਉਣਗੇ ਮਨੁੱਖੀ ਜ਼ਿੰਦਗੀ ਦੇ ਵਿੱਚ ਕਿ ਪਹਿਲਾਂ ਜਿਹੜੀ ਪ੍ਰੋ ਕੋਵਿਡ ਲਾਈਫ ਤੇ ਪੋਸਟ ਕੋਵਿਡ ਲਾਈਫ ਟੋਟਲੀ ਡਿਫਰੈਂਟ ਹੋਣਗੀਆਂ। ਉਦੋਂ ਸ਼ੁਰੂ ਦੇ ਵਿੱਚ ਡਰ ਵੀ ਬਹੁਤ ਸੀ, ਭੈ ਵੀ ਬਹੁਤ ਸੀ ਕਿਉਂਕਿ ਇਲਾਜ ਕੋਈ ਨਹੀਂ ਸੀ, ਉਪਾਅ ਕੋਈ ਨਹੀਂ ਸੀ ਕਿ ਕੀ ਕਰਾਂਗੇ, ਕਿੱਦੇ ਜਾਵਾਂਗੇ। ਇੱਦਾਂ ਲੱਗਦਾ ਸੀਗਾ ਕਿ ਜਿੱਦਾਂ ਬਸ ਬਹੁਤ ਜਲਦੀ ਨਾਲ ਸਾਰਾ ਕੁਝ ਖਤਮ ਹੋ ਜਾਣਾ। ਬਹੁਤ ਤਰੀਕੇ ਦੇ ਨਾਲ ਲੋਕਾਂ ਨੂੰ ਅੰਦਰ ਵੀ ਡੱਕਿਆ ਗਿਆ, ਲੋਕਡਾਊਨ ਲਾਇਆ ਗਿਆ, ਬਾਜ਼ਾਰ ਬੰਦ ਹੋ ਗਏ, ਸਾਰਾ ਕੁਝ ਬੰਦ ਰਿਹਾ। ਫਿਰ ਉਹ ਮਾਰਚ ਤੋਂ ਗੱਲ ਜਿਹੜੀ ਸ਼ੁਰੂ ਹੋਈ ਸੀ ਅਗਸਤ ਤੱਕ ਜਾ ਕੇ ਫਿਰ ਹੌਲੀ ਥੋੜ੍ਹਾ ਜਿਹਾ ਕੁਝ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋਈਆਂ। ਪਰ ਫਿਰ 2-3 ਮਹੀਨਿਆਂ ਬਾਅਦ ਇਹ ਸਮਝ ਲੱਗੀ ਕਿ ਜਿਹੜੇ ਕੇਸ ਆ ਉਹ ਫਿਰ ਵਧਣੇ ਸ਼ੁਰੂ ਹੋ ਗਏ। ਫਿਰ ਵੈਕਸੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ। ਸੈਕਿੰਡ ਜਿਹੜੀ ਵੇਵ ਸੀ ਉਹਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਅੰਕੜਿਆਂ ਦਾ ਜਿਹੜਾ ਸੀਗਾ ਘੋਲਮਾਲ ਉਹ ਵੀ ਦੇਖਿਆ ਤੇ ਸਾਰੀ ਦੁਨੀਆ 'ਚ ਹੀ ਦੇਖਿਆ। ਇਹ ਵੀ ਗੱਲ ਨਾਲ ਆ ਕਿ ਅਸੀਂ ਜੇ ਭਾਰਤ ਦੀ ਗੱਲ ਕਰੀਏ ਤੇ 10 ਗੁਣਾ ਤੱਕ ਦੇ ਝੋਲ ਸਾਨੂੰ ਨਜ਼ਰ ਆਇਆ। ਅਫਰੀਕਾ ਦੀ ਗੱਲ ਕਰੀਏ ਤੇ ਉਹ ਕਹਿੰਦੇ ਸੀ ਇਸ ਤੋਂ ਵੀ ਜ਼ਿਆਦਾ ਆ। ਅਮਰੀਕਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਸੀ 2-3 ਗੁਣਾ। ਯੂਰਪ ਦੀ ਗੱਲ ਕਰਦੇ ਸੀ ਤਾਂ ਕੁਝ ਹੋਰ ਤਰ੍ਹਾਂ ਦੇ ਅੰਕੜੇ ਸਾਹਮਣੇ ਆਉਂਦੇ ਸੀ। ਨਾਲ ਦੀ ਨਾਲ ਵੈਕਸੀਨੇਸ਼ਨ ਨੇ ਵੀ ਸਾਨੂੰ ਬਹੁਤ ਸਾਰੀ ਰਾਹਤ ਵੀ ਦਿੱਤੀ ਤੇ ਵੈਕਸੀਨੇਸ਼ਨ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਰੌਲੇ ਉਹ ਪੈਂਦੇ ਰਹੇ। ਤੁਸੀਂ ਹੁਣ ਗੱਲ ਕੀਤੀ ਆ ਕਿ ਤੀਸਰੀ ਲਹਿਰ ਦੀ ਤੇ ਬਹੁਤ ਪਹਿਲਾਂ 6 ਮਹੀਨੇ ਪਹਿਲਾਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਦੂਸਰੀ ਲਹਿਰ ਜਿਹੜੀ ਆ ਖਤਮ ਹੋਵੇਗੀ, ਉਸ ਤੋਂ ਬਾਅਦ ਤੀਸਰੀ ਲਹਿਰ ਵੀ ਜਿਹੜੀ ਆ ਉਹ ਜ਼ਰੂਰ ਆਵੇਗੀ। ਡੈਲਟਾ ਵੇਰੀਐਂਟ, ਡੈਲਟਾ ਪਲੱਸ ਵੇਰੀਐਂਟ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ।
ਹੁਣ ਭਾਰਤ ਦੇ ਵਿੱਚ 2-3 ਸਟੇਟਾਂ ਦੇ ਵਿੱਚ ਜਿਹੜੇ ਅੰਕੜੇ ਆ ਉਹ ਫਿਰ ਤੋਂ ਵੱਧਦੇ ਹੋਏ ਨਜ਼ਰ ਆਉਂਦੇ ਆ ਜੀ। ਹਾਲਾਂਕਿ ਇੱਕ ਟਾਈਮ ਸੀਗਾ ਜਦੋਂ ਕੇਸ ਜਿਹੜੇ ਆ ਉਹ 20,000 25,000 ਤੱਕ ਆ ਗਏ ਸੀ ਤੇ ਮੌਤਾਂ ਦੀ ਗਿਣਤੀ ਫਿਰ 500-600 ਤੱਕ ਸੀ। ਜੀ। ਹੁਣ ਫਿਰ ਜਿਹੜੇ ਅੰਕੜੇ ਆ ਉਹ 40,000 ਦੇ ਨੇੜੇ ਤੇੜੇ ਪਹੁੰਚ ਗਏ ਨੇ, ਪਰ 40,000 ਦੇ ਵਿੱਚੋਂ ਅੱਧੋਂ ਵੱਧ ਕੇਸ ਜਿਹੜੇ ਆ ਉਹ ਕੇਰਲਾ ਦੇ ਵਿੱਚ ਹੀ ਆ ਰਹੇ ਆ। ਜੀ। ਕੇਰਲਾ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ ਤੇ ਹੋਰ ਇੱਕਾ ਦੁੱਕਾ ਸੂਬਿਆਂ ਦੇ ਵਿੱਚ ਜਿਹੜੇ ਆ ਕੇਸ ਹਾਲੇ ਵੀ ਵੱਧ ਕੇ ਸਾਹਮਣੇ ਆ ਰਹੇ ਆ। ਪਰ ਜਿਹੜੀ ਪੋਜ਼ਿਟਿਵਿਟੀ ਰੇਟ ਆ ਉਹਦੇ ਵਿੱਚ ਬਹੁਤ ਫਰਕ ਜਿਹੜਾ ਹਾਲੇ ਕਿਸੇ ਸਟੇਟ ਦੇ ਵਿੱਚ ਨਜ਼ਰ ਨਹੀਂ ਆਇਆ। ਪੋਜ਼ਿਟਿਵਿਟੀ ਰੇਟ ਦੇ ਵਿੱਚ ਮਈ ਤੋਂ ਲੈ ਕੇ ਅਗਸਤ ਤੱਕ ਜਿਹੜੀ 18-19% ਦੀ ਕਮੀ ਆਈ ਹੈ। ਜੇ ਪੋਜ਼ਿਟਿਵਿਟੀ ਰੇਟ ਦੀ ਆਪਾਂ ਗੱਲ ਕਰੀਏ ਤੇ ਹਰ 100 ਟੈਸਟ ਦੇ ਵਿੱਚੋਂ ਨਿਕਲਣ ਵਾਲੇ ਪੇਸ਼ੈਂਟਸ ਦੀ ਗੱਲ ਅਸੀਂ ਕਰਦੇ ਹਾਂ ਜੀ। ਤੇ ਕੇਰਲਾ ਦੇ ਵਿੱਚ ਜੇ 100 ਟੈਸਟ ਉਹ ਕਰ ਰਹੇ ਆ ਤਾਂ 3 ਕੁ ਪੇਸ਼ੈਂਟ ਜਿਹੜੇ ਆ ਉਹਨਾਂ ਦੇ ਸਾਹਮਣੇ ਆ ਰਹੇ ਆ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਉਹ 1.7 ਜਾਂ 2 ਦੇ ਨੇੜੇ ਤੇੜੇ ਕਹਿ ਲਓ ਵੀ ਜੇ 100 ਟੈਸਟ ਹੁੰਦਾ ਤੇ 2 ਮਰੀਜ਼ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਕੇਰਲਾ ਸਰਕਾਰ ਦਾ ਇਹਦੇ ਬਾਰੇ ਇਹੀ ਕਹਿਣਾ ਆ ਕਿ ਅਸੀਂ ਟੈਸਟ ਜਿਹੜੇ ਆ ਉਹ ਘਟਾਏ ਨਹੀਂ, ਹਾਲੇ ਵੀ ਅਸੀਂ ਉਨੇ ਹੀ ਸਪੀਡ ਦੇ ਨਾਲ ਟੈਸਟ ਵੱਧ ਤੋਂ ਵੱਧ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਲੋਕਾਂ ਦੇ ਟੈਸਟ ਜਿਹੜੇ ਆ ਉਹ ਹੋ ਜਾਣ। ਪਰ ਉਹਦੇ ਵਿੱਚ ਜਿਹੜੀ ਮ੍ਰਿਤਿੂ ਦਰ ਆ ਜਾਂ ਪਰ ਪੇਸ਼ੈਂਟਸ ਦੇ ਵਿੱਚੋਂ ਮਰਨ ਦੀ ਜਿਹੜੀ ਦਰ ਆ ਉਹ ਕਾਫੀ ਘੱਟ ਆ। ਤੇ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕੀਤੀ ਲਾਪਰਵਾਹੀ ਵਾਲੀ, ਉਹ ਗੱਲ ਜਿਹੜੀ ਉਹਦੇ ਲਈ ਅਸੀਂ ਸਾਰੀ ਦੁਨੀਆ 'ਚ ਜਾਣੇ ਜਾਂਦੇ ਹਾਂ ਕਿ ਅਸੀਂ ਬਿਲਕੁਲ ਹੁਣ ਲਾਪਰਵਾਹ ਹੋ ਗਏ ਹਾਂ। ਕੁਝ ਸਮਾਂ ਐਸਾ ਸੀ ਜਦੋਂ ਮੈਂ ਗੱਲ ਕੀਤੀ ਆ ਕਿ ਪਹਿਲੀ ਲਹਿਰ ਆਈ ਸੀ, ਫਿਰ ਉਸ ਤੋਂ ਬਾਅਦ ਹਾਲਾਤ ਇਹ ਹੋ ਗਏ ਸੀ ਕਿ ਬੰਦਾ ਬੰਦੇ ਤੋਂ ਦੂਰ ਰਹਿਣਾ ਸਿੱਖ ਗਿਆ ਸੀ ਜਾਂ ਉਹਨੇ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਅਸੀਂ ਫਿਰ ਉਸੇ ਤਰੀਕੇ ਨਾਲ ਤਪਾਕ ਨਾਲ ਮਿਲਦੇ ਹਾਂ ਇੱਕ ਦੂਸਰੇ ਦੇ ਨਾਲ। ਬਾਜ਼ਾਰ ਦੇ ਵਿੱਚ ਵੀ ਸਾਡਾ ਜਿਹੜਾ ਵਿਵਹਾਰ ਆ ਉਹ ਪਹਿਲਾਂ ਵਾਲਾ ਹੋ ਗਿਆ। ਚੰਗੀ ਗੱਲ ਆ ਕਿ ਵੈਕਸੀਨੇਸ਼ਨ ਇੱਕ ਸਪੀਡ ਦੇ ਨਾਲ ਲੱਗ ਰਹੀ ਆ, ਪਰ ਫਿਰ ਵੀ ਜੇ ਸਾਨੂੰ ਥੋੜਾ ਜਿਹਾ ਅਸੀਂ ਬਚਾਅ ਰੱਖੀਏ ਤੇ ਜ਼ਿਆਦਾ ਚੰਗੀ ਗੱਲ ਆ। ਨਾਲ ਦੀ ਨਾਲ ਜਦੋਂ ਅਸੀਂ ਬਾਹਰਲੀਆਂ ਸਟੇਟਾਂ ਦੀ ਗੱਲ ਕਰਦੇ ਹਾਂ ਤੇ US ਦੇ ਵਿੱਚ ਫਿਰ ਇੱਕ ਵਾਰ ਜਿਹੜਾ ਆ ਕੇਸਾਂ ਦੇ ਵਿੱਚ ਵੱਡੀ ਤਾਦਾਦ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਤੇ ਉੱਥੇ ਵੀ ਹਫੜਾ ਦਫੜੀ ਜਿਹੜੀ ਆ ਉਹ ਫਿਰ ਮੱਚਦੀ ਨਜ਼ਰ ਆਉਂਦੀ ਆ। ਤੇ ਨਾਲ ਦੂਸਰੀ ਗੱਲ ਇਹ ਵੀ ਆ ਕਿ ਸੈਕੰਡ ਵੇਵ ਦੇ ਵਿੱਚ ਇਹ ਵੀ ਗੱਲ ਪੂਰੇ ਦੁਨੀਆ ਦੇ ਵਿੱਚ ਦੇਖਣ ਨੂੰ ਮਿਲੀ ਕਿ ਦੂਸਰੀ ਲਹਿਰ ਦੇ ਦੌਰਾਨ ਜਿਹੜੀਆਂ ਮੌਤਾਂ ਹੋਈਆਂ ਉਹਦੇ ਵਿੱਚ 90% ਤੋਂ ਵੱਧ ਜਾਂ 95-96% ਤੋਂ ਵੱਧ ਮੌਤਾਂ ਉਹ ਹੋਈਆਂ ਜਿਹੜੇ ਅਨਵੈਕਸੀਨੇਟਡ ਸੀ। ਤੇ ਅਮਰੀਕਾ ਦੇ ਵਿੱਚ ਇੱਕ ਗੱਲ ਕਹੀ ਜਾਣ ਲੱਗੀ ਸੀ ਕਿ ਜਿਹੜੀ ਸੈਕੰਡ ਵੇਵ ਆ ਉਹ ਅਨਵੈਕਸੀਨੇਟਡ ਦੀ ਆ। ਤੇ ਤੀਸਰੀ ਲਹਿਰ ਦੇ ਬਾਰੇ ਵੀ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਵੈਕਸੀਨੇਸ਼ਨ ਆ ਉਹ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹ ਜਿਹੜੀ ਆ ਉਹ ਕਰਵਾਈ ਜਾਵੇ। ਹਾਲਾਂਕਿ ਜਦੋਂ ਸ਼ੁਰੂ ਹੋਈ ਸੀ ਤੇ ਲੋਕਾਂ ਦੇ ਵਿੱਚ ਬਹੁਤ ਸਾਰੇ ਭਰਮ ਸੀ, ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ। ਹੁਣ ਪਹਿਲਾਂ ਨਾਲੋਂ ਸਿਸਟਮ ਬਹੁਤ ਸਮੂਥ ਆ। ਹੁਣ ਲੋਕ ਚਾਹੁੰਦੇ ਨੇ ਕਿ ਵੈਕਸੀਨੇਸ਼ਨ ਜਿਹੜੀ ਆ ਹੋਵੇ। ਅਸੀਂ ਜਲੰਧਰ ਦੀ ਹੀ ਗੱਲ ਕਰੀਏ ਤੇ ਬੀਤੇ ਦਿਨਾਂ ਦੇ ਵਿੱਚ ਦੇਖਿਆ ਸੀਗਾ ਕਿ ਹੈਲਥ ਇੱਕ ਹਸਪੀਟਲ ਜਾਣ ਦਾ ਮੌਕਾ ਮਿਲਿਆ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਪਿੰਡਾਂ ਨੂੰ ਕੈਂਪ ਜਿਹੜੇ ਆ ਦੇਣੇ ਸ਼ੁਰੂ ਕਰਤੇ। ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਂ ਕਿਸੇ ਸਕੂਲ ਦੇ ਵਿੱਚ 100-150 ਟੀਕਾ ਲੈ ਕੇ ਉਹ ਜਾਂਦੇ ਨੇ ਤੇ ਲੋਕਾਂ ਨੂੰ ਵੈਕਸੀਨੇਸ਼ਨ ਕਰਦੇ ਨੇ। ਪਰ ਉੱਥੇ ਵੀ ਭਾਰੀ ਊਣਤਾਈਆਂ ਜਿਹੜੀਆਂ ਆ ਉਹ ਦੇਖਣ ਨੂੰ ਮਿਲਦੀਆਂ। ਤਾਂ ਬੈਠਣ ਦਾ ਪ੍ਰਬੰਧ ਨਹੀਂ ਹੈ, ਗਰਮੀ ਹੈ, ਬਰਸਾਤ ਦੇ ਦਿਨ ਹਨ, ਲੋਕਾਂ ਦਾ ਜਿਹੜਾ ਆ ਉਹ ਰਸ਼ ਪੈ ਜਾਂਦਾ। ਪਰ ਫਿਰ ਵੀ ਜਿਹੜੀ ਵੈਕਸੀਨੇਸ਼ਨ ਪ੍ਰੋਸੈਸ ਆ ਉਹ ਹਾਲੇ ਬਹੁਤ ਸਲੋ ਚੱਲ ਰਿਹਾ ਮੁਕਾਬਲਤਨ ਜਿੱਦਾਂ ਚੱਲਣਾ ਚਾਹੀਦਾ। ਤੇ ਥਰਡ ਵੇਵ ਤੋਂ ਬਚਾਅ ਦਾ ਜਿਹੜਾ ਇੱਕੋ ਮਾਤਰ ਤਰੀਕਾ ਹੀ ਆ ਜੇ ਅਸੀਂ ਵੈਕਸੀਨੇਸ਼ਨ ਪ੍ਰੋਸੈਸ ਨੂੰ ਟੀਕਾਕਰਨ ਦੀ ਜਿਹੜੀ ਨੀਤੀ ਆ ਉਹਨੂੰ ਉਹਦੇ 'ਚ ਤੇਜ਼ੀ ਲੈ ਕੇ ਆਈਏ ਤੇ ਫਿਰ ਹੀ ਕੁਝ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਹੋਰ ਰਿਜ਼ਲਟ ਚੰਗੇ ਆ ਸਕਦੇ ਨੇ। ਜੀ ਸ਼ਰਮਾ ਜੀ, ਕਰੋਨਾ ਦੇ ਇਸ ਵੇਲੇ ਦੇ ਹਾਲਾਤਾਂ ਬਾਰੇ ਤੁਸੀਂ ਚਾਨਣਾ ਪਾ ਦਿੱਤਾ। ਟੀਕਾਕਰਨ ਨੂੰ ਲੈ ਕੇ ਨਵੇਂ ਟੀਕੇ ਦੀ ਹਲਚਲ ਹੈ, ਅਪਰੂਵਲ ਮਿਲ ਚੁੱਕੀ ਹੈ, ਕਦੋਂ ਤੱਕ ਆਏਗਾ? ਇਹ ਸਾਰਾ ਰੌਲਾ ਹੀ ਹੈ ਕਿ ਸੱਚਮੁੱਚ ਇੱਦਾਂ ਛੇਤੀ ਹੋਰ ਟੀਕੇ ਮਿਲ ਜਾਣਗੇ? ਜੌਨਸਨ ਦੀ ਇੱਕ ਵੈਕਸੀਨੇਸ਼ਨ ਆ ਜਿਹੜੀ ਕਿ ਸਿੰਗਲ ਸ਼ਾਟ ਆ। ਉਹਦੇ ਬਾਰੇ ਕਿਹਾ ਜਾਂਦਾ ਕਿ ਉਹਨੂੰ DGSA ਨੇ ਅਪਰੂਵਲ ਜਿਹੜੀ ਦੇ ਦਿੱਤੀ ਹੈ। ਡਾਇਰੈਕਟਰ ਜਨਰਲ ਕੈਮੀਕਲ ਤੁਹਾਡੇ ਜਿਹੜੇ ਦਵਾਈਆਂ ਨੂੰ ਮਾਨਤਾ ਦਿੰਦੇ ਨੇ ਉਸ ਐਸੋਸੀਏਸ਼ਨ ਨੇ ਜਾਂ ਉਹ ਸਰਕਾਰੀ ਬੋਡੀ ਨੇ ਉਹਨੂੰ ਮਾਨਤਾ ਦੇ ਦਿੱਤੀ ਹੈ। ਸਿੰਗਲ ਸ਼ਾਟ ਟੀਕਾ ਆ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਹਨੂੰ ਫਰੀਜ਼ ਕਰਨ ਦੀ ਲੋੜ ਨਹੀਂ ਹੈਗੀ। ਤੇ ਨਾਲ ਦੀ ਨਾਲ ਉਹਦੇ 'ਚ ਇੱਕ ਐਡੀਨੋ ਵਾਇਰਸ ਨਾਂ ਦਾ ਇੱਕ ਉਹਦੇ 'ਚ ਪ੍ਰਣਾਲੀ ਆ ਜਿਹੜੀ ਕਿ ਵਾਇਰਸ ਨਹੀਂ ਬਣਾਉਂਦੀ ਅੰਦਰ, ਬਲਕਿ ਵਾਇਰਸ ਦੀ ਪ੍ਰੋਟੀਨ ਬਣਾਉਂਦੀ ਆ ਜਿਹੜੀ ਕਿ ਫਿਰ ਬੋਡੀ ਨੂੰ ਇਮਿਊਨਿਟੀ ਦਿੰਦੀ ਆ ਤੇ ਉਸ ਬਿਮਾਰੀ ਨਾਲ ਲੜਨ ਦੀ ਜਿਹੜੀ ਆ ਉਹ क्षमता करती है। तो एडिनो वायरस के बारे ये कहा जाता है कि वह वैक्सीनेशन नूं अपने आप ही ठंडा रखता है, इस करके इहनूं एक्सट्रा फ्रीज करन दी जां ठंडे रखण दी लोड़ नहीं पैंदी। ये तो उस टीके की गल आ। ਤੇ ਨਾਲ ਦੀ ਨਾਲ ਇਹ ਆ ਕਿ ਇਹ ਪਹਿਲਾ ਸਿੰਗਲ ਸ਼ਾਟ ਆ ਜਿਹਦੀ ਇੱਕ ਹੀ ਡੋਜ਼ ਲੱਗਦੀ ਆ। ਇਸ ਤੋਂ ਪਹਿਲਾਂ ਮੋਡਰਨਾ ਦੀ, ਫਾਈਜ਼ਰ ਦੀਆਂ ਗੱਲਾਂ ਹੋ ਚੁੱਕੀਆਂ ਆ, ਅਪਰੂਵਲਾਂ ਮਿਲ ਗਈਆਂ, ਪਰ ਜਲਦੀ ਆ ਜਾਣਗੇ, ਅੱਜ ਆ ਜਾਣਗੇ, ਕੱਲ੍ਹ ਆ ਜਾਣਗੇ। ਇਸ ਤੋਂ ਭਾਰਤ ਵਿੱਚ ਹਾਲੇ ਤੱਕ ਸਹੀ ਮਾਇਨੇ 'ਚ ਦੋ ਹੀ ਟੀਕੇ ਜਿਹੜੇ ਲੱਗ ਰਹੇ ਆ, ਭਾਰਤ ਬਾਇਓਟੈਕ ਦਾ ਕੋਵੈਕਸੀਨ ਤੇ ਐਸਟਰਾਜੈਨਕਾ ਤੇ ਆਕਸਫੋਰਡ ਵਾਲਾ ਜਿਹੜਾ ਸੀਰਮ ਇੰਸਟੀਚਿਊਟ ਨਾਲ ਬਣਿਆ ਹੋਇਆ ਕੋਵਿਸ਼ੀਲਡ। ਤੇ ਇਹਦੇ ਬਾਰੇ ਵੀ ਰੌਲਾ ਆ ਕਿ ਕੋਵੈਕਸੀਨ ਨੂੰ ਹਾਲੇ ਵੀ ਜਿਹੜੀ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਮਨਜ਼ੂਰੀ ਨਹੀਂ ਮਿਲੀ।
ਜੌਨਸਨ ਐਂਡ ਜੌਨਸਨ ਦੀ ਬੀਤੇ ਹਫਤੇ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਮੰਗੀ ਸੀ, ਮਨਜ਼ੂਰੀ ਉਹਨਾਂ ਨੂੰ ਮਿਲ ਗਈ ਆ। ਇਹ ਕਦੋਂ ਆਉਣੀ ਆ, ਕਿੰਨੀ ਮਿਕਦਾਰ 'ਚ ਆਉਣੀ ਆ, ਕਿੱਥੇ ਕਿੱਥੇ ਮਿਲਣੀ ਆ, ਉਹ ਜਿਹੜਾ ਹਾਲੇ ਤੱਕ ਜਿਹੜਾ ਉਹਦੇ ਬਾਰੇ ਭਰਮ ਆ ਉਹ ਕਾਇਮ ਆ। ਪਰ ਇਹ ਕਿਹਾ ਜਾਂਦਾ ਕਿ ਜੌਨਸਨ ਐਂਡ ਜੌਨਸਨ ਦਾ ਟੀਕਾ ਜਿਹੜਾ ਹੈ ਉਹ ਕਾਫੀ ਪ੍ਰਭਾਵਸ਼ਾਲੀ ਆ ਤੇ ਉਹ ਕਾਫੀ ਸੇਫ ਆ ਤੇ ਠੰਡੇ ਨਾ ਰੱਖਣਾ ਪਵੇ ਕਰਕੇ ਭਰਦਿਆਂ ਹਾਲਾਤਾਂ ਦੇ ਵਿੱਚ ਵੀ ਜਿਹੜਾ ਆ ਉਹ ਚੰਗਾ ਬੈਠਦਾ, ਫਿੱਟ ਬੈਠਦਾ। ਪਰ ਇਹ ਵੀ ਗੱਲ ਦੇਖਣੀ ਪਊਗੀ ਕਿ ਉਹ ਕਿਸ ਟੈਂਪਰੇਚਰ ਤੱਕ ਉਹਨੂੰ ਰੱਖਿਆ ਜਾ ਸਕਦਾ। ਜਦੋਂ ਤਾਂ ਦਵਾਈ ਤੁਹਾਡੇ ਹਸਪੀਟਲ ਜਾ ਕੇ ਫ੍ਰਿਜ 'ਚ ਰੱਖੀ ਜਾਂਦੀ ਆ, ਫਿਰ ਉਹਦੀ ਕੁਛ ਸਾਂਭ ਸੰਭਾਲ ਜਾਂ ਇੱਕ ਹਾਈਜੀਨ ਤੱਕ ਦੀ ਇੱਕ ਪ੍ਰੋਸੈਸ ਜਿਹੜਾ ਉਹ ਸਮਝ ਆਉਂਦਾ। ਜੇ ਉਹਨੂੰ ਠੰਡੇ ਨਹੀਂ ਰੱਖਣਾ ਪੈਣਾ, ਉਹਨੂੰ ਕਿਤੇ ਹੋਰ ਰੱਖਿਆ ਜਾ ਸਕੇਗਾ, ਕਿੱਥੇ ਰੱਖਿਆ ਜਾ ਸਕੇਗਾ, ਕਿੰਨੇ ਦਿਨ ਤੱਕ ਉਹਦੀ ਸਾਂਭ ਸੰਭਾਲ ਹੋ ਸਕੇਗੀ, ਉਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ। ਇਸ ਤੋਂ ਪਹਿਲਾਂ ਰਸ਼ੀਅਨ ਸਪੁਤਨਿਕ ਦੀ ਗੱਲ ਹੋਈ ਸੀ, ਪਰ ਹਾਲੇ ਤੱਕ ਉਹ ਅਸੀਂ ਬਾਜ਼ਾਰ ਦੇ ਵਿੱਚ ਜਾਂ ਕਿਸੇ ਹਸਪੀਟਲ ਦੇ ਵਿੱਚ ਉਹ ਦੇਖਿਆ ਨਹੀਂ। ਸਿਰਫ ਮੋਹਾਲੀ ਜਾਂ ਦਿੱਲੀ ਦੇ ਵਿੱਚ ਕੁਝ ਹਸਪੀਟਲਸ ਦੀ ਗੱਲ ਜ਼ਰੂਰ ਹੋਈ ਸੀ ਕਿ ਉੱਥੇ ਉਹ ਲੱਗ ਰਿਹਾ ਹੈ। ਤੇ ਜਿਹੜੀਆਂ ਇਹ ਵੈਕਸੀਨੇਸ਼ਨ ਦੀ ਪ੍ਰੋਸੈਸ ਆ, ਬਹੁਤ ਸਾਰੀਆਂ ਕੰਪਨੀਆਂ ਇਸ ਲਾਈਨ 'ਚ ਲੱਗੀਆਂ ਹੋਈਆਂ ਨੇ। ਜੌਨਸਨ ਐਂਡ ਜੌਨਸਨ ਵੀ ਇਸ ਤੋਂ ਇਲਾਵਾ 2 ਹੋਰ ਟੀਕਿਆਂ ਤੇ ਕੰਮ ਕਰ ਰਹੀਆਂ। ਕਾਫੀ ਭਾਰਤ ਦੀਆਂ ਕੰਪਨੀਆਂ ਦਾ ਵੀ ਇਹ ਗੱਲ ਸੁਣੀ ਸੀ ਕਿ ਜਿਹੜੇ ਟੀਕੇ ਆ ਉਹ ਬਣਨਗੇ। ਸਰਕਾਰ ਨੇ ਜਿਹੜੇ ਅੰਕੜੇ ਮਈ ਦੇ ਵਿੱਚ ਦਿੱਤੇ ਸੀ ਤੇ ਜੂਨ ਦੇ ਵਿੱਚ ਦਿੱਤੇ ਸੀਗੇ ਕਿ ਅਸੀਂ ਅਗਸਤ ਤੱਕ 10 ਕਰੋੜ ਦਾ ਅੰਕੜਾ ਪ੍ਰਾਪਤ ਕਰ ਲਾਂਗੇ, ਫਿਰ ਅਸੀਂ 8 ਕਰੋੜ ਤੱਕ ਪਹੁੰਚ ਜਾਾਂਗੇ, 12 ਕਰੋੜ ਹੋ ਜਾਏਗਾ, ਦਸੰਬਰ ਤੱਕ ਸਾਰੇ ਮੁਲਕ ਨੂੰ ਟੀਕੇ ਲਾ ਦਿਆਂਗੇ। ਪਰ ਉਹ ਗੱਲਾਂ ਹਾਲੇ ਤੱਕ ਦਾਅਵੇ ਦੇ ਵਿੱਚ ਨਹੀਂ ਨਜ਼ਰ ਆਉਂਦੀਆਂ, ਉਹ ਵਾਅਦਿਆਂ 'ਚ ਹੀ ਨਜ਼ਰ ਆ ਰਹੀਆਂ। ਕਿਉਂਕਿ ਨਵੀਂ ਇਹ ਸਿਰਫ ਅਖਬਾਰ ਦੀ ਇੱਕ ਖਬਰ ਆ ਕਿ ਜੌਨਸਨ ਐਂਡ ਜੌਨਸਨ ਆ ਗਈ ਆ ਜਾਂ ਉਹਨੂੰ ਮਨਜ਼ੂਰੀ ਮਿਲ ਗਈ ਆ। ਕਦੋਂ ਉਹ ਉਹਨਾਂ ਦੀ ਕਿੰਨੀ ਕੁ ਪ੍ਰੋਡਕਸ਼ਨ ਆ, ਕਿੰਨੀ ਇੱਥੇ ਆਉਣੀ ਆ, ਕਿੱਥੇ ਡਿਸਟਰੀਬਿਊਟ ਹੋਣੀ ਆ, ਕੀ ਉਹਦਾ ਰੇਟ ਆ, ਕੀ ਉਹ ਸਰਕਾਰ ਨੇ ਉਹਨਾਂ ਨਾਲ ਕੋਈ ਟੈਂਡਰ ਕੀਤਾ, ਉਹ ਸਾਰੀਆਂ ਗੱਲਾਂ ਹਾਲੇ ਤੱਕ ਵੀ ਜਿਹੜੀਆਂ ਆ ਉਹ ਰੋਲ ਘਚੋਲਾਈ ਆ। ਤੇ ਅੰਮ੍ਰਿਤ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਪ੍ਰੈਸ ਬ੍ਰੇਕ ਤੋਂ ਬਾਅਦ। ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਨਿੱਜੀ ਸਵਾਲ ਪੁੱਛ ਸਕਦੀ ਹਾਂ? ਪੁੱਛੋ ਜੀ, ਪੁੱਛੋ। ਤੁਸੀਂ ਬਿਠਾਇਆ ਤੇ ਜੋ ਮਰਜ਼ੀ ਪੁੱਛੀ ਜਾਓ। ਅੱਛਾ, ਇਹ ਦੱਸੋ, ਕਦੀ ਰਸੋਈ 'ਚ ਗਏ ਹੋ? ਬਿਲਕੁਲ ਜੀ, ਰਸੋਈ 'ਚ ਜਾਣਾ ਪੈਂਦਾ ਅਕਸਰ। ਕਦੋਂ ਜਾਣਾ ਪੈਂਦਾ? ਸਬਜ਼ੀ ਨੂੰ ਤੜਕਾ ਲਾਉਣ ਵੇਲੇ ਜਾਂ ਹੋਰ ਕੋਈ ਕੰਮ ਕਰਨ ਵੇਲੇ? ਨਹੀਂ, ਕੁਕਿੰਗ ਤਾਂ ਬਿਲਕੁਲ ਮੇਰਾ ਸ਼ੌਕ ਨਹੀਂ ਆ, ਨਾ ਮੈਨੂੰ ਉਹਦੇ ਲਈ ਜਾਣਾ ਹੀ ਪੈਂਦਾ। ਮਿਲ ਜਾਂਦੀ ਬਣੀ ਬਣਾਈ, ਪਰ ਫਿਰ ਵੀ ਕਿਸੇ ਵੇਲੇ ਰਸੋਈ 'ਚ ਜਾਣਾ ਪੈ ਜਾਂਦਾ ਜੀ। ਤੇ ਮੈਂ ਇਸ ਕਰਕੇ ਰਸੋਈ ਦੀ ਗੱਲ ਕੀਤੀ ਕਿਉਂਕਿ ਜਦੋਂ ਤੜਕਾ ਲਾਉਂਦੀਆਂ ਨੇ ਨਾ ਸੁਆਣੀਆਂ, ਉਦੋਂ ਕੋਈ ਨਾ ਕੋਈ ਐਕਸਪੈਰੀਮੈਂਟ ਕਰਦੀਆਂ ਰਹਿੰਦੀਆਂ ਨੇ ਜੀ। ਤੇ ਇਸੇ ਤਰ੍ਹਾਂ ਹੁਣ ਟੀਕਾਕਰਨ ਦੇ ਵਿੱਚ ਵੀ ਕੋਈ ਐਕਸਪੈਰੀਮੈਂਟ ਹੋ ਰਿਹਾ। 2 ਟੀਕਿਆਂ ਦੇ ਮਿਕਸਚਰ ਦੀ ਕਹਾਣੀ ਹੈ, ਇਹਦੇ ਬਾਰੇ ਤੁਸੀਂ ਦੱਸ ਦਿਓ। ਦੇਖੋ, ਰਸੋਈ ਦੇ ਐਕਸਪੈਰੀਮੈਂਟ ਬਾਰੇ ਤੁਸੀਂ ਦੱਸ ਸਕਦੇ ਆ ਕਿਉਂਕਿ ਤੁਹਾਡਾ ਫੀਲਡ ਆ। ਹਾਲਾਂਕਿ ਟੀਕਿਆਂ ਦੇ ਐਕਸਪੈਰੀਮੈਂਟ ਬਾਰੇ ਵੀ ਮੈਂ ਦੱਸ ਨਹੀਂ ਸਕਦਾ, ਪਰ ਜੋ ਖਬਰ ਆ ਉਹ ਮੈਂ ਤੁਹਾਨੂੰ ਦੱਸ ਸਕਦਾ। ICMR ਨੇ ਇੱਕ ਰਿਸਰਚ ਬੇਸਡ ਸਟੱਡੀ ਜਿਹੜੀ ਹੈ ਜਾਰੀ ਕੀਤੀ ਆ। ਉਹਨਾਂ ਨੇ ਜੋ ਰਿਸਰਚ ਕੀਤੀ ਆ ਕਿ ਕੋਵਿਸ਼ੀਲਡ ਤੇ ਕੋਵੈਕਸਿਨ ਜਿਨ੍ਹਾਂ ਦੇ ਮਿਲ ਕੇ ਲੱਗਿਆ, ਜਾਣੀ ਕਿ ਇੱਕ ਟੀਕਾ ਉਹ ਤੇ ਇੱਕ ਟੀਕਾ ਜਿਹੜਾ ਉਹ, ਜੇ ਦੋਨਾਂ ਦੇ ਅਲੱਗ-ਅਲੱਗ ਲੱਗੇ ਨੇ ਤੇ ਉਹਦੇ ਜਿਹੜੇ ਰਿਜ਼ਲਟ ਨੇ ਉਹ ਬਿਹਤਰ ਸਾਹਮਣੇ ਆਏ ਨੇ। ਇਹੋ ਜਿਹੀ ਰਿਸਰਚ ਸਾਨੂੰ ਇਸ ਤੋਂ ਪਹਿਲਾਂ ਬਾਹਰਲੇ ਦੇਸ਼ਾਂ 'ਚੋਂ ਵੀ ਸੁਣਨ ਨੂੰ ਮਿਲੀ ਸੀ। UK ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਤੇ ਅਮਰੀਕਾ ਦੇ ਵਿੱਚ ਵੀ ਕਈ ਜਗ੍ਹਾ ਤੇ ਯੂਰਪ 'ਚੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਨ੍ਹਾਂ ਦੇ ਇੱਕ ਕੋਵਿਸ਼ੀਲਡ ਲੱਗਾ ਸੀ, ਦੂਸਰਾ ਫਾਈਜ਼ਰ ਲੱਗਾ, ਉੱਥੇ ਰਿਜ਼ਲਟ ਜਿਹੜੇ ਆ ਉਹ ਬਿਹਤਰ ਸਾਹਮਣੇ ਆਏ ਸੀ। ਹੁਣ ਇਹਨਾਂ ਨੇ ਦੱਸਿਆ ਕਿ UP ਦੇ ਵਿੱਚ ਇਹਨਾਂ ਨੇ ਕੁਝ 18 ਲੋਕਾਂ ਦੇ ਉੱਤੇ ਜਾਂ ਕੁਝ ਵੱਧ ਲੋਕਾਂ ਦੇ ਉੱਤੇ ਇਹ ਰਿਸਰਚ ਕੀਤੀ ਆ ਕਿ ਪਹਿਲਾ ਟੀਕਾ ਕੋਵਿਸ਼ੀਲਡ ਲੱਗਾ ਸੀ ਤੇ ਦੂਸਰਾ ਕੋਵੈਕਸਿਨ ਲਾ ਕੇ ਬਾਅਦ ਵਿੱਚ ਦੇਖਿਆ ਗਿਆ ਤੇ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਜਾਂ ਉਸ ਵਾਇਰਸ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਹ ਵੱਧ ਪਾਈ ਗਈ ਤੇ ਉਹਦੇ ਕੁਝ ਸਾਈਡ ਇਫੈਕਟ ਜਿਹੜੇ ਆ ਉਹ ਬਿਲਕੁਲ ਸਾਹਮਣੇ ਨਹੀਂ ਆਏ। ਪਰ ਇਸ ਗੱਲ ਨੂੰ ਜੇ ਅਸੀਂ ਦੂਜੇ ਪਾਸੇ ਦੇਖੀਏ ਪਰਮਿੰਦਰ ਜੀ, ਇਹ ਗੱਲ ਠੀਕ ਆ ਕਿ ਰਿਸਰਚ ਉਹਨਾਂ ਦੀ ਇਹ ਗੱਲ ਕਹਿੰਦੀ ਆ ICMR ਦੀ ਕਿ 2 ਟੀਕੇ ਜਿਹੜੇ ਆ ਮਿਕਸ ਕਰਕੇ ਲਾਉਣ ਦੀ ਰਿਜ਼ਲਟ ਚੰਗੇ ਨੇ। ਪਰ ਪਹਿਲਾਂ ਤੇ ਇਹ ਗੱਲ ਦੇਖਣੀ ਪਊਗੀ ਕਿ ਭਾਰਤ ਬਾਇਓਟੈਕ ਨਾਂ ਦੀ ਕੰਪਨੀ ਦਾ ਬਣਿਆ ਹੋਇਆ ਜਿਹੜਾ ਕੋਵੈਕਸਿਨ ਦਾ ਟੀਕਾ ਆ, ਪਹਿਲਾਂ ਤੇ ਉਹਦੇ ਜਿਹੜੇ ਨੇ ਪੂਰੇ ਅੰਕੜੇ ਇਹਨਾਂ ਨੇ UN ਨੂੰ ਨਹੀਂ ਦਿੱਤੇ ਹਾਲੇ ਤੱਕ। ਉਹ ਟੀਕੇ ਦੀ ਅੰਤਰਰਾਸ਼ਟਰੀ ਤੌਰ ਤੇ ਜਿਹੜੀ ਹੈਗੀ ਆ ਉਹਦੀ ਪ੍ਰਮਾਣਿਕਤਾ ਉਹ ਸਾਬਤ ਨਹੀਂ ਹੋਈ। UN ਨੇ ਇਹਨੂੰ ਹਾਲੇ ਤੱਕ ਮਾਨਤਾ ਨਹੀਂ ਦਿੱਤੀ। ਇਸੇ ਤਰੀਕੇ ਦੇ ਨਾਲ ਇਸੇ ਕਾਰਨ ਕਰਕੇ ਇਸ ਟੀਕੇ ਨੂੰ ਕਈ ਬਾਹਰਲੇ ਦੇਸ਼ਾਂ ਨੇ ਹਾਲੇ ਤੱਕ ਪ੍ਰਮਾਣਿਕ ਨਹੀਂ ਕੀਤਾ ਕਿ ਇਹ ਟੀਕਾ ਜਿਹੜਾ ਹੈ ਉਹਨਾਂ ਦੀ ਲਿਸਟ 'ਚ ਨਹੀਂ ਹੈ। ਹਾਲਾਂਕਿ UN ਨੇ ਬਾਅਦ ਵਿੱਚ ਇਹ ਵੀ ਕਿਹਾ ਸੀਗਾ ਕਿ ਕਿਸੇ ਵੀ ਟੀਕੇ ਨੂੰ ਤੁਸੀਂ ਰੱਦ ਨਾ ਕਰੋ, ਪਰ ਹਾਲੇ ਤੱਕ ਇਹ ਪ੍ਰਮਾਣਿਕ ਨਹੀਂ ਹੋਇਆ। ਤੇ ਦੂਸਰੀ ਗੱਲ, ਤੁਸੀਂ ਇੱਕ ਲਾਉਣਾ ਹੈ ਜਾਂ ਦੂਸਰਾ ਲਾਉਣਾ ਹੈ। US ਦੇ ਵਿੱਚ ਤੀਸਰੇ ਡੋਜ਼ ਦੀਆਂ ਵੀ ਗੱਲਾਂ ਹੋ ਰਹੀਆਂ ਕਿ ਕੁਝ ਇੱਕ ਖਾਸ ਉਮਰ ਵਰਗ ਤੋਂ ਬਾਅਦ ਉਹਨਾਂ ਲੋਕਾਂ ਨੂੰ ਤੀਸਰੀ ਵੈਕਸੀਨ ਲਾਉਣ ਦੀ ਵੀ ਗੱਲ ਜਿਹੜੀ ਆ ਉਹ ਕੀਤੀ ਆ। ਪਰ ਸਾਡੇ ਕੋਲ ਜਿੰਨੀ ਪ੍ਰੋਡਕਸ਼ਨ ਹੈ, ਚਾਹੇ ਉਹ ਕੋਵੈਕਸਿਨ ਦੀ ਹੋਵੇ ਚਾਹੇ ਉਹ ਕੋਵਿਸ਼ੀਲਡ ਦੀ ਹੋਵੇ,
ਹਾਲੇ ਤੱਕ ਅਸੀਂ ਜ਼ੋਰ ਲਾ ਕੇ ਵੀ 40% ਲੋਕਾਂ ਨੂੰ ਟੀਕਾ ਜਿਹੜਾ ਆ ਉਹ ਨਹੀਂ ਲਾ ਸਕੇ। 50 ਕਰੋੜ ਟੀਕੇ ਟੋਟਲ ਹਾਲੇ ਤੱਕ ਲਾਏ ਨੇ ਜੀ। 130 ਕਰੋੜ ਕਦੀ ਕਹਿੰਦੇ ਆ, ਕਦੀ 135 ਕਰੋੜ ਕਹਿੰਦੇ ਆ, ਕਦੀ 140 ਕਰੋੜ ਕਹਿੰਦੇ ਆ। ਇਹ ਬਹੁਤ ਵਾਰ ਅਸੀਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਕੋਲ ਜਨਗਣਨਾ ਦਾ ਪ੍ਰੋਪਰ ਅੰਕੜਾ ਹੀ ਨਹੀਂ ਹੈ, ਕਿਉਂਕਿ 220-21 ਦੇ ਵਿੱਚ ਜਿਹੜੀ ਆ ਅਗਲੀ ਜਨਗਣਨਾ ਹੋਣੀ ਸੀ, ਕੋਵਿਡ ਦੇ ਭਾਰ ਦੇ ਵਿੱਚ ਉਹ ਦੱਬੀ ਗਈ ਤੇ ਉਹ ਜਨਗਣਨਾ ਵੀ ਨਹੀਂ ਹੋ ਸਕੀ ਜੀ। ਪਰ ਉਸ ਦੇ ਬਾਵਜੂਦ ਵੀ ਇੰਨੀ ਗੱਲ ਤਾਂ ਕਲੀਅਰ ਹੈ ਕਿ 130 ਜਾਂ 135 ਕਰੋੜ ਲੋਕ ਤਾਂ ਹਨ ਤੇ 50 ਕਰੋੜ ਅਸੀਂ ਟੀਕੇ ਹਾਲੇ ਤੱਕ ਲਾਏ ਨੇ ਤੇ 11 ਕਰੋੜ ਟੀਕੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਡਬਲ ਡੋਜ਼ ਹੁਣ ਤੱਕ ਲਾ ਚੁੱਕੇ ਹਾਂ ਜੀ। ਸੋ ਇਹ ਗੱਲ ਠੀਕ ਹੈ ICMR ਦੀ ਕਿ ਜਿਹੜੀ ਮਿਕਸ ਕਰਕੇ ਟੀਕਾ ਲਾਉਣਾ ਪ੍ਰਭਾਵਸ਼ਾਲੀ ਹੋ ਸਕਦਾ, ਪਰ ਉਹਦਾ ਸਾਨੂੰ ਕੋਈ ਹਾਲੇ ਤੱਕ ਕੋਈ ਬਹੁਤ ਵੱਡਾ ਬੈਨੀਫਿਟ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅੰਤਰਰਾਸ਼ਟਰੀ ਤੌਰ ਤੇ ਜੇਕਰ ਕੋਵੈਕਸਿਨ ਨੂੰ ਮਾਨਤਾ ਮਿਲ ਗਈ ਹੋਵੇ ਫਿਰ ਤੇ ਤੁਸੀਂ ਕਹਿ ਸਕਦੇ ਆ, ਪਰ ਨਹੀਂ ਤਾਂ ਜਿਨ੍ਹਾਂ ਬੰਦਿਆਂ ਨੇ ਸਫ਼ਰ ਕਰਨਾ ਆ ਉਹ ਹਾਲੇ ਤੱਕ ਵੀ ਦੂਸਰਾ ਟੀਕਾ ਨਹੀਂ ਲਗਵਾ ਸਕਣਗੇ ਮਿਕਸ ਕਰਕੇ। ਜੇ ਕੋਈ ਹੋਰ ਟੀਕੇ ਜਿਹੜੇ ਬਾਹਰੋਂ ਆਉਣੇ ਸੀ, ਉਹ ਅਸੀਂ ਪਿਛਲੇ ਹਿੱਸੇ 'ਚ ਪ੍ਰੋਗਰਾਮ 'ਚ ਗੱਲ ਕੀਤੀ ਆ ਕਿ ਹਾਲੇ ਤੱਕ ਕੋਈ ਵੱਡੀ ਸਫਲਤਾ ਭਾਰਤ ਸਰਕਾਰ ਨੂੰ ਇਸ ਵਿਸ਼ੇ 'ਚ ਮਿਲਦੀ ਨਜ਼ਰ ਨਹੀਂ ਆਈ। ਜਿਹੜੇ ਇਹਨਾਂ ਨੇ ਬਾਹਰ ਵੇਚੇ ਸੀ ਜਾਂ ਵੇਚਣੇ ਸੀ, ਉਹ ਇਹਨਾਂ ਨੇ 2-2.5 ਕਰੋੜ ਟੀਕਾ ਜਦੋਂ ਨੈਸ਼ਨਲ ਵੈਕਸੀਨ ਪਾਲਿਸੀ ਇੱਕ ਅੰਤਰਰਾਸ਼ਟਰੀ ਬਣਾਈ ਸੀ ਉਹਦੇ ਤਹਿਤ ਬਾਹਰ ਇਹਨਾਂ ਨੇ ਭੇਜ ਦਿੱਤਾ ਸੀ, ਪਰ ਬਾਹਰੋਂ ਇਹਨਾਂ ਨੂੰ ਕਿੰਨੇ ਟੀਕੇ ਆ ਰਹੇ ਉਹ ਹਾਲੇ ਤੱਕ ਸਾਰੀ ਜਿਹੜੀ ਗੱਲ ਆ ਉਹ ਅਦਰ 'ਚ ਹੀ ਅਟਕੀ ਹੋਈ ਹੈ ਜੀ। ਤੇ ਸ਼ਰਮਾ ਜੀ, ਹੁਣ ਟੀਕੇ ਤੋਂ ਬਾਅਦ ਪੰਜਾਬ ਦੇ ਵਿੱਚ ਕਰੋਨਾ ਦੇ ਹਾਲਾਤਾਂ ਦੇ ਨਾਲ ਪੰਜਾਬ ਦੇ ਸਕੂਲਾਂ ਦੀ ਕਹਾਣੀ ਜਿਹੜੀ ਨਜ਼ਰ ਆ ਰਹੀ ਹੈ ਵੀ ਪਹਿਲਾਂ ਤਾਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਖੋਲ੍ਹਦੇ ਹੋ, ਫਿਰ ਉਸ ਤੋਂ ਬਾਅਦ 6ਵੀਂ ਤੋਂ 10ਵੀਂ ਤੱਕ ਦੇ ਖੋਲ੍ਹਦੇ ਹੋ, ਤੇ ਹੁਣ ਨਵਾਂ ਕੀ ਹੈ 2 ਦਿਨ ਉਹ ਬੱਚੇ ਜਾਣਗੇ ਤੇ 2 ਦਿਨ ਉਹ ਜਾਣਗੇ, ਇਦਾਂ ਦਾ ਕੋਈ ਰਣਨੀਤੀ ਅਪਣਾਈ ਜਾ ਰਹੀ ਹੈ? ਬਿਲਕੁਲ ਠੀਕ ਹੈ ਜੀ। ਪਿਛਲੇ ਹਫ਼ਤੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਸਕੂਲ ਜਿਹੜੇ ਨੇ ਸਾਰੇ ਹੀ 2 ਅਗਸਤ ਤੋਂ ਖੁੱਲ੍ਹ ਜਾਣੇ ਨੇ ਜੀ। ਸਰਕਾਰੀ ਸਕੂਲ ਖੁੱਲ੍ਹ ਵੀ ਗਏ ਤੇ ਬਹੁਤ ਅਸੀਂ ਫੋਟੋਗ੍ਰਾਫਸ ਦੇਖੀਆਂ ਕਿ ਬੜਾ ਸਵਾਗਤ ਕੀਤਾ ਟੀਚਰਾਂ ਨੇ ਬੱਚਿਆਂ ਦਾ, ਕਿਉਂਕਿ ਟੀਚਰ ਤਾਂ ਸਕੂਲ ਜਾ ਹੀ ਰਹੇ ਸੀ ਤੇ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਸੀ, ਕਿਉਂਕਿ ਉਹ ਲਗਭਗ ਪਿਛਲੇ 17-18 ਮਹੀਨਿਆਂ ਤੋਂ ਆਪਣੇ ਘਰਾਂ 'ਚ ਡੱਕੇ ਹੋਏ ਸੀ ਤੇ ਇੱਕ ਐਜੂਕੇਸ਼ਨ ਤੋਂ ਵੀ ਵਿਰਵੇ ਸੀ। ਹਾਲਾਂਕਿ ਆਨਲਾਈਨ ਕਲਾਸ ਲੱਗ ਰਹੀਆਂ ਸੀ, ਪਰ ਉਹਨਾਂ ਨੂੰ ਜਿਹੜਾ ਮਾਹੌਲ ਇੱਕ ਪੜ੍ਹਾਈ ਵਾਲਾ ਮਿਲਦਾ, ਸਾਥੀਆਂ ਨਾਲ ਬਹਿਣ ਦਾ, ਟੀਚਰ ਦੇ ਨਾਲ ਸਾਹਮਣੇ ਬੈਠ ਕੇ ਪੜ੍ਹਨ ਦਾ, ਉਹਦੇ ਤੋਂ ਉਹ ਵਾਂਝੇ ਸੀ, ਵਿਰਵੇ ਸੀ ਤੇ ਉਹ ਸਾਰੀ ਚੀਜ਼ਾਂ ਤੋਂ ਦੂਰ ਸੀ ਜੀ। ਉਸ ਤੋਂ ਪਹਿਲਾਂ ਸਕੂਲਾਂ ਤੋਂ ਪਹਿਲਾਂ ਕਾਲਜ, ਯੂਨੀਵਰਸਿਟੀਆਂ, ਮੈਡੀਕਲ ਕਾਲਜ ਜਾਂ ਕੋਚਿੰਗ ਸੰਸਥਾਨ ਜਿਹੜੇ ਉਹ ਖੋਲ੍ਹ ਦਿੱਤੇ ਗਏ ਸੀ। ਉਹ ਸਾਰੀਆਂ ਚੀਜ਼ਾਂ ਅਸੀਂ ਜਾਣਦੇ ਹਾਂ ਜੀ। ਪਰ ਨਾਲ ਦੀ ਨਾਲ ਹੀ ਤੀਸਰੀ ਵੇਰੀਐਂਟ ਦੇ ਤੀਸਰੇ ਜਿਹੜੇ ਲਹਿਰ ਆ ਉਹਦੇ ਆਉਣ ਦੇ ਡਰ ਤੋਂ ਹੁਣ ਅੱਜ ਹੀ ਇੱਕ ਸੂਚਨਾ ਫਿਰ ਜਾਰੀ ਕੀਤੀ ਆ ਇਹਨਾਂ ਨੇ ਕਿ 8ਵੀਂ 10ਵੀਂ ਤੇ 12ਵੀਂ ਜਿਹੜੀਆਂ ਬੋਰਡ ਦੀਆਂ ਕਲਾਸਿਸ ਨੇ ਉਹ ਹਫ਼ਤੇ 'ਚ 4 ਦਿਨ ਲੱਗਣਗੀਆਂ ਜੀ, ਤੇ ਜਿਹੜੀਆਂ ਬਚਦੀਆਂ ਕਲਾਸਾਂ ਨੇ 6ਵੀਂ 7ਵੀਂ 9ਵੀਂ ਤੇ 11ਵੀਂ ਉਹ ਹਫ਼ਤੇ 'ਚ 2 ਦਿਨ ਲੱਗਣਗੀਆਂ। ਉਹ ਫਿਰ ਅਗੇਨ ਇੱਕ ਜਿਹੜੀ ਆ ਉਹ ਭੁਲੇਖਾ ਪਾਊ ਸਥਿਤੀ ਆ। ਇਹ ਕੀ ਸੋਚ ਕੇ ਫੈਸਲਾ ਲਿਆ ਕੀ ਨਹੀਂ, ਇਹਦੇ ਨਾਲ ਕੀ ਫ਼ਰਕ ਪਵੇਗਾ? ਕਲਾਸਾਂ ਤੇ ਹਰ ਕਲਾਸ ਦੀਆਂ ਵੱਖਰੀਆਂ ਨੇ ਜੀ। ਕਲਾਸਰੂਮ ਹਰ ਕਲਾਸ ਲਈ 6ਵੀਂ ਵਾਲੇ ਬੱਚੇ ਆਪਣੀ ਕਲਾਸ 'ਚ ਬੈਠਣਗੇ, 7ਵੀਂ ਵਾਲੇ ਆਪਣੀ ਕਲਾਸ 'ਚ, 8ਵੀਂ ਵਾਲੇ ਆਪਣੀ ਕਲਾਸ 'ਚ। ਫਿਰ ਉਹ ਬੱਚੇ ਜਿੰਨੀ ਦੇਰ ਪੀਰੀਅਡ ਲੱਗਦਾ ਆ ਉਸ ਤੋਂ ਬਾਅਦ ਜਦੋਂ ਜੇ ਉਹ ਗਰਾਊਂਡ 'ਚ ਵੀ ਖੇਡਣ ਜਾਂਦੇ ਨੇ ਤਾਂ ਵੀ ਉਹ ਅਲੱਗ-ਅਲੱਗ ਨੇ। ਇੱਕ ਕਲਾਸ ਗਰਾਊਂਡ 'ਚ ਆ, ਦੂਸਰੀਆਂ ਕਲਾਸਾਂ ਬਾਹਰ ਨੇ। ਜਿਹੜਾ ਰਿਸੈਸ ਦਾ ਪੀਰੀਅਡ ਆ ਸਿਰਫ ਉੱਥੇ ਉਹਦੀ ਉਸ ਚੀਜ਼ ਨੂੰ ਦੇਖਣ ਦਾ ਮਿਲੇਗਾ ਕਿ ਜਿਹੜੇ ਅੱਧੀ ਛੁੱਟੀ ਜਿਹਨੂੰ ਅਸੀਂ ਸਕੂਲ 'ਚ ਕਹਿੰਦੇ ਹੁੰਦੇ ਸੀ ਉੱਥੇ ਹੀ ਉਹ ਬੱਚੇ ਰਲ ਮਿਲ ਸਕਣਗੇ। ਪਰ ਫਿਰ ਵੀ ਸਰਕਾਰ ਦਾ ਫੈਸਲਾ ਆ ਤੇ ਸਕੂਲ ਇਹਨੂੰ ਮੰਨਣਗੇ। ਫਿਰ ਜਿਹੜੇ ਬੱਚੇ 2 ਦਿਨ ਸਕੂਲ ਜਾਣਗੇ ਉਹ 4 ਦਿਨ ਘਰ ਰਹਿਣਗੇ। ਜਿਹੜਾ ਉਹਦੇ ਲਈ ਇੱਕ ਓਲਾ ਜਿਹਾ ਆ ਉਹ ਫਿਰ ਦੁਬਾਰਾ ਬਣਿਆ ਹੋਇਆ। ਉਸ ਤੋਂ ਪਹਿਲਾਂ ਰੈਂਡਮ ਟੈਸਟ ਕਰਨ ਦੀ ਗੱਲ ਕੀਤੀ ਸੀ ਕਿ ਇਹਨਾਂ ਨੇ ਕਿ 10,000 ਟੈਸਟ ਜਿਹੜੇ ਨੇ ਉਹ ਰੋਜ਼ ਕੀਤੇ ਜਾਣਗੇ ਸਾਰੇ ਪੰਜਾਬ ਦੇ ਵਿੱਚ, ਤੇ ਉਹਨਾਂ ਤੋਂ ਟੈਸਟਿੰਗ ਤੋਂ ਸੈਂਪਲ ਜਿਹੜੀ ਆ ਉਹ ਰਿਪੋਰਟ ਆਊਗੀ ਤੇ ਉਹ ਪਤਾ ਲੱਗ ਜਾਏਗਾ ਕਿ ਸਕੂਲਾਂ ਦੇ ਵਿੱਚ ਕੋਈ ਪੋਜ਼ਿਟਿਵ ਰੇਟ ਵੱਧ ਤਾਂ ਨਹੀਂ ਰਿਹਾ। ਉਹ ਇੱਕ ਚੰਗੀ ਪਹਿਲ ਸੀ ਜੀ। ਇਹਦੇ ਚੱਲਦੇ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀ। ਅਸੀਂ ਉੜੀਸਾ ਦੀ ਬਹੁਤ ਵਾਹ-ਵਾਹ ਕੀਤੀ ਸੀ ਕਿ ਉਹਨਾਂ ਨੇ ਹਾਕੀ ਨੂੰ ਸਪਾਂਸਰ ਕੀਤਾ ਸੀ। ਹੁਣ ਭਾਰਤ 'ਚੋਂ ਇੱਕ ਚੰਗੀ ਖਬਰ ਆ ਕਿ ਉੜੀਸਾ ਦਾ ਸ਼ਹਿਰ ਭੁਵਨੇਸ਼ਵਰ ਜਿਹੜਾ ਆ ਉਹ 100% ਟੀਕਾਕਰਨ ਵਾਲਾ ਸ਼ਹਿਰ ਹਿੰਦੁਸਤਾਨ ਦੇ ਵਿੱਚ ਬਣ ਗਿਆ। ਇਹ ਤਾਂ ਚੰਗੀ ਖਬਰ ਤੁਸੀਂ ਦੱਸੀ ਤੇ ਉਮੀਦ ਕਰਦੇ ਹਾਂ ਕਿ ਸਾਡੇ ਜਲੰਧਰ ਵਾਸੀ ਤੇ ਪੰਜਾਬ ਵਾਸੀ ਵੀ ਇਸ ਲੜੀ 'ਚ ਮੋਹਰੀ ਬਣਨਗੇ, ਕਿਉਂਕਿ ਸਿਹਤ ਜਿਹੜੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ ਜਿੱਥੇ ਤੁਸੀਂ ਵਿਸਥਾਰ ਨਾਲ ਦੱਸਿਆ ਸੀ ਕਿ ਪੁਲਿਸ ਹਿਰਾਸਤ ਵਿੱਚ ਹੁੰਦੀਆਂ ਮੌਤਾਂ ਬਾਰੇ ਖੁਲਾਸਾ ਹੋਇਆ ਸੀ ਜੀ, ਤੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੁਝ ਨਵਾਂ ਆਖਿਆ। ਕੀ ਕਿਹਾ ਸੁਪਰੀਮ ਕੋਰਟ ਨੇ? ਤੁਸੀਂ ਜਿਹੜੀ ਗੱਲ ਕੀਤੀ ਆ, ਅਸੀਂ ਬੀਤੇ ਦਿਨ ਹੀ ਗੱਲ ਕੀਤੀ ਸੀ, ਉਹ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕੇਂਦਰ ਦੇ ਮੰਤਰੀ ਨੇ ਇਹ ਗੱਲ ਦੱਸੀ ਸੀ ਕਿ ਹਿਰਾਸਤ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦੀ ਗਿਣਤੀ ਕਿੰਨੀ ਵਧੀ ਆ ਤੇ ਕਿੰਨੀਆਂ ਕਿਹੜੀ ਸਟੇਟ 'ਚ ਹੋ ਰਹੀਆਂ। ਉਹਦੇ 'ਚ ਅਸੀਂ ਬੜੀ ਡਿਟੇਲ 'ਚ ਗੱਲ ਕੀਤੀ ਸੀ ਕਿ ਯੂਪੀ, ਬੰਗਾਲ ਤੇ ਬਿਹਾਰ ਸਭ ਤੋਂ ਅੱਗੇ ਨੇ। ਹੁਣ ਇੱਕ ਕੌਮੀ ਮੀਟਿੰਗ ਸੀਗੀ ਸੁਰੱਖਿਆ ਜਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੀ। ਉੱਥੇ ਜਸਟਿਸ NV ਰਮਣਾ ਜਿਹੜੇ ਭਾਰਤ ਦੇ ਚੀਫ ਜਸਟਿਸ ਨੇ ਉਹ ਬੋਲੇ ਨੇ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਉਸ ਗੱਲ ਨਾਲ ਜੁੜੀ ਹੋਈ ਗੱਲ ਆ, ਪਰ ਉਹਨਾਂ ਨੇ ਉਸ ਸਵਾਲ 'ਤੇ ਇਹ ਗੱਲ ਨਹੀਂ ਕੀਤੀ। ਉਹਨਾਂ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਵੱਧ ਖਤਰਾ ਪੁਲਿਸ ਸਟੇਸ਼ਨਾਂ 'ਚ ਆ। ਬਹੁਤ ਇੱਕ ਵੱਡੀ ਖਬਰ ਆ।
ਬਹੁਤ ਇੱਕ ਵੱਡੀ ਟਿੱਪਣੀ ਆ ਸਾਡੇ ਪੁਲਿਸ ਤੰਤਰ ਦੇ ਉੱਤੇ, ਔਰ ਇਹ ਕਿਸੇ ਇੱਕ ਪ੍ਰਾਂਤ ਲਈ ਨਹੀਂ, ਪੂਰੇ ਦੇ ਪੂਰੇ ਦੇਸ਼ ਦੀ ਪੁਲਿਸ ਦੇ ਉੱਤੇ ਇਹ ਇੱਕ ਸਵਾਲੀਆ ਨਿਸ਼ਾਨ ਆ ਜੀ। ਉਹਨਾਂ ਨੇ ਕਿਹਾ ਕਿ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ, ਕਈ ਵਾਰ ਤਾਂ ਜਿਹੜੇ ਚੰਗਾ ਰੋਹਬ ਰੱਖਦੇ ਨੇ, ਚੰਗੀ ਪਾਵਰ ਰੱਖਣ ਵਾਲੇ ਲੋਕ ਆ, ਉਹ ਵੀ ਪੁਲਿਸ ਸਟੇਸ਼ਨ 'ਚ ਆ ਕੇ ਆਪਣੀ ਇੱਜ਼ਤ ਤੇ ਆਪਣੀ ਸਰੀਰਕ ਸੁਰੱਖਿਆ ਨਹੀਂ ਕਰ ਪਾਉਂਦੇ ਜੀ। ਜੇ ਚੀਫ ਜਸਟਿਸ ਆਫ ਇੰਡੀਆ ਇੰਨੀ ਵੱਡੀ ਗੱਲ ਕਹਿ ਰਹੇ ਨੇ ਤੇ ਉਹਦਾ ਇੱਕ ਮਤਲਬ ਆ ਪਰਮਿੰਦਰ ਜੀ, ਉਹ ਇੱਕ ਮਤਲਬ ਪੂਰੇ ਦੇਸ਼ ਨੂੰ ਇਹ ਗੱਲ ਸੋਚਣੀ ਪਊਗੀ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਨੂੰ ਇਹਦੇ ਬਾਰੇ ਕਈ ਵਾਰ ਕਿਹਾ ਤੇ ਕਈ ਵਾਰ ਲਿਖਤੀ ਤੌਰ ਤੇ ਵੀ ਕਿਹਾ ਜੀ। ਸੁਪਰੀਮ ਕੋਰਟ ਦੇ ਜੱਜ ਜਦੋਂ ਕੋਈ ਗੱਲ ਬੋਲਦੇ ਨੇ ਤੇ ਉਹ ਮੀਡੀਆ ਵੀ ਉਹਨੂੰ ਕਵਰ ਕਰਦਾ ਤੇ ਸਰਕਾਰ ਵੀ ਉਹਨੂੰ ਸੁਣਦੀ ਆ, ਪੂਰਾ ਦੇਸ਼ ਵੀ ਉਹਨੂੰ ਸੁਣਦਾ ਤੇ ਬਾਹਰਲੇ ਦੇਸ਼ਾਂ ਤੱਕ ਵੀ ਉਹਦੀ ਜਿਹੜੀ ਗੱਲ ਆ ਉਹ ਕਹੀ ਜਾਂਦੀ ਆ ਜੀ। ਕਿਉਂਕਿ ਲੋਕਤੰਤਰ ਦੇ ਵਿੱਚ ਜੇ ਸਭ ਤੋਂ ਕੋਈ ਇੰਪੋਰਟੈਂਟ ਚੀਜ਼ ਆ ਜਿਹੜੀ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਕੋਸ਼ਿਸ਼ ਦੇ ਵਿੱਚ ਰਹਿੰਦੀ ਆ ਤੇ ਉਹ ਸੁਪਰੀਮ ਕੋਰਟ ਆ ਜੀ। ਸੋ ਜਦੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਥੇ ਮਾੜੇ ਤੋਂ ਮਾੜਾ ਤੇ ਚੰਗੇ ਤੋਂ ਚੰਗਾ ਕੋਈ ਵੀ ਆਪਣੀ ਇੱਜ਼ਤ ਬਚਾਉਣ ਦੇ ਵਿੱਚ ਵੀ ਕਾਮਯਾਬ ਨਹੀਂ ਰਹਿੰਦਾ। ਇੱਜ਼ਤ ਬਚਾਉਣ ਤੋਂ ਮਤਲਬ ਇਹ ਆ ਕਿ ਪੁਲਿਸ ਸਟੇਸ਼ਨ ਜਾ ਕੇ ਕਿਸੇ ਦੇ ਵੀ ਥੱਪੜ ਜਿਹੜੇ ਨੇ ਪੈ ਸਕਦੇ ਨੇ, ਕਿਸੇ ਦੇ ਵੀ ਹੂਰੇ ਪੈ ਸਕਦੇ ਨੇ, ਕਿਸੇ ਦੇ ਵੀ ਕੱਪੜੇ ਪਾੜੇ ਜਾ ਸਕਦੇ ਨੇ ਉੱਥੇ ਜਾ ਕੇ। ਸੋ ਉਹਨਾਂ ਨੇ ਵੀ ਕਿਹਾ ਕਿ ਰਸੂਖਦਾਰ ਲੋਕ ਵੀ ਉੱਥੇ ਜਾ ਕੇ ਜਿਹੜੀ ਆਪਣੀ ਇੱਜ਼ਤ ਆ ਉਹ ਨਹੀਂ ਬਚਾ ਸਕਦੇ। ਤੇ ਬਹੁਤ ਵੱਡੀ ਗੱਲ ਆ, ਉਹਨਾਂ ਨੇ ਬਰਾਬਰੀ ਦੀ ਗੱਲ ਕੀਤੀ ਆ ਜੀ। ਤੇ ਸ਼ਰਮਾ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਕਾਨੂੰਨ ਨੂੰ ਲਾਗੂ ਕਰਨ ਵਾਲੀ ਸੰਸਥਾ ਹੈ ਜੀ, ਪਰ ਮੈਨੂੰ ਲੱਗਦਾ ਹੈ ਕਿ ਇਹਦੇ ਸਿਆਸਤਦਾਨਾਂ ਦਾ ਬੜਾ ਵੱਡਾ ਰੋਲ ਹੈ, ਕਿਉਂਕਿ ਕਿਸੇ ਮੁਲਜ਼ਮ ਦੀ ਸ਼ਿਕਾਇਤ ਹੁੰਦੀ ਹੈ, ਥਾਣੇ ਪਹੁੰਚਦਾ ਨਹੀਂ, ਉੱਪਰੋਂ ਫੋਨ ਆ ਜਾਂਦਾ ਵੀ ਉੱਪਰੋਂ ਆਰਡਰ ਆ ਗਿਆ ਵੀ ਉਹਨੂੰ ਛੱਡ ਦਿਓ ਜੀ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਇਹ ਜਿਹੜੇ ਤੁਸੀਂ ਉੱਪਰੋਂ ਫੋਨ ਆਉਣ ਦੀ ਗੱਲ ਕਰਦੇ ਆ, ਬਿਲਕੁਲ ਇਹ 100% ਠੀਕ ਗੱਲ ਆ। ਇਹ ਇਕੱਲੇ ਪੰਜਾਬ ਦੀ ਗੱਲ ਨਹੀਂ, ਹਾਲਾਂਕਿ ਅਸੀਂ ਜ਼ਿਆਦਾ ਪੰਜਾਬ 'ਚ ਵਿਚਰਦੇ ਹਾਂ ਤੇ ਅਸੀਂ ਇਹਦੇ ਬਾਰੇ ਸਮਝਦੇ ਹਾਂ। ਇੱਥੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ SHO ਜਿਹੜਾ ਥਾਣੇਦਾਰ ਲੱਗਦਾ ਆ ਉਹਨੂੰ ਸੰਬੰਧਿਤ ਹਲਕੇ ਦਾ MLA ਹੀ ਲਵਾਉਂਦਾ ਤੇ ਜਿੰਨੀਆਂ ਬਦਲੀਆਂ ਹੁੰਦੀਆਂ ਉਹ ਉਸ ਜਿਹੜਾ ਵਿਧਾਇਕ ਆ ਉਹਦੇ ਕਹਿਣ ਤੇ ਹੀ ਹੁੰਦੀਆਂ। ਤੇ ਇਹ ਆਮ ਗੱਲ ਆ ਕਿ ਜਿੰਨੇ ਕੁ ਵੀ ਪਰਚੇ ਦਰਜ ਹੁੰਦੇ ਆ ਉਹ MLA ਨੂੰ ਪਤਾ ਹੁੰਦਾ ਆ ਕਿ ਉਹ ਕਿਉਂ ਹੋ ਰਹੇ ਆ, ਕਿਹੜੇ ਠੀਕ ਹੋ ਰਹੇ ਨੇ ਜਾਂ ਕਿਹੜੇ ਗਲਤ ਹੋ ਰਹੇ ਨੇ। ਪੁਲਿਸ ਦੇ ਵਿੱਚ ਤੁਸੀਂ ਸਿਆਸੀ ਦਖਲਅੰਦਾਜ਼ੀ ਦੀ ਗੱਲ ਦੱਸੀ ਆ, ਇਹ ਬਿਲਕੁਲ ਦਰੁਸਤ ਆ, ਪਰ ਇਸ ਤੋਂ ਇਲਾਵਾ ਜੇ ਮੈਂ ਦੂਸਰੇ ਇਹਦਾ ਇੱਕ ਹੋਰ ਪਹਿਲੂ ਦੇਖਾਂ ਤੇ ਪੁਲਿਸ ਦੇ ਲਈ ਵੀ ਸਮੱਸਿਆਵਾਂ ਨੇ, ਪੁਲਿਸ ਪ੍ਰਸ਼ਾਸਨ ਦੀਆਂ ਆਪਣੀਆਂ ਵੀ ਸਮੱਸਿਆਵਾਂ ਨੇ। ਮਾਨਯੋਗ ਹਾਈ ਕੋਰਟ ਪੰਜਾਬ ਦੀ ਵੀ ਤੇ ਵੱਖੋ ਵੱਖਰੀਆਂ ਰਾਜਾਂ ਦੀ ਕਈ ਵਾਰ ਕਹਿ ਚੁੱਕੀ ਆ ਕਿ ਪਹਿਲਾਂ ਤਾਂ ਪੁਲਿਸ ਦੀ ਨਫਰੀ ਪੂਰੀ ਕੀਤੀ ਜਾਵੇ। ਆਬਾਦੀ ਦੇ ਲਿਹਾਜ਼ ਦੇ ਨਾਲ ਜਿਸ ਸਪੀਡ ਨਾਲ ਆਬਾਦੀ ਵੱਧ ਰਹੀ ਆ, ਉਸ ਸਪੀਡ ਦੇ ਨਾਲ ਉਸੇ ਰੇਸ਼ੋ ਦੇ ਵਿੱਚ, ਉਸੇ ਦਰ ਦੇ ਵਿੱਚ ਪ੍ਰਤੀ ਵਿਅਕਤੀ ਜਾਂ ਪ੍ਰਤੀ 1000 ਵਿਅਕਤੀ ਜਿੰਨੇ ਪੁਲਿਸ ਹੋਣੀ ਚਾਹੀਦੀ ਆ, ਪਹਿਲਾਂ ਤੇ ਉਹ ਨਫਰੀ ਪੂਰੀ ਕੀਤੀ ਜਾਵੇ। ਉਸ ਤੋਂ ਬਾਅਦ ਦੇਖੋ ਉਹਨਾਂ ਦੀ ਵਰਦੀ ਨੂੰ ਲੈ ਕੇ ਕਿੰਨੀ ਦੇਰ ਤੋਂ ਇੱਕ ਲੰਬਾ ਚੱਕਰ ਜਿਹੜਾ ਚੱਲ ਰਿਹਾ ਕਿ ਉਹਦੇ ਵਿੱਚ ਕੁਝ ਬਦਲਾਅ ਹੋਣੇ ਚਾਹੀਦੇ ਨੇ। ਉਹ ਅੰਗਰੇਜ਼ਾਂ ਦੇ ਟਾਈਮ ਦੀਆਂ ਟੋਪੀਆਂ ਤੇ ਪੱਗਾਂ ਤੇ ਬੈਲਟਾਂ ਤੇ ਬੂਟ ਜਿਹੜੇ ਨੇ ਪਾ ਕੇ ਘੁੰਮ ਰਹੇ ਨੇ। ਫਿਰ ਅਸੀਂ ਜਦੋਂ ਮਾਹਰਾਂ ਨਾਲ ਗੱਲ ਕਰਦੇ ਹਾਂ, ਵਿਦੇਸ਼ੀ ਧਰਤੀਆਂ ਦੀਆਂ ਜਿਹੜੀਆਂ ਪੁਲਿਸਿੰਗ ਆ ਉਹਨਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਬਹੁਤ ਐਕਟਿਵ ਡਰੈਸਅਪ ਆ, ਜਦ ਕਿ ਸਾਡੀ ਪੁਲਿਸ ਜਿਹੜੀ ਆ ਉਹ ਪੈਂਟ ਸ਼ਰਟ 'ਚ ਨਜ਼ਰ ਆਉਂਦੀ ਆ। ਹੁਣ ਤੁਸੀਂ ਦੱਸੋ, ਇੱਕ ਬੰਦਾ ਪੈਂਟ ਸ਼ਰਟ ਪਾ ਕੇ ਤੇ ਫਾਰਮਲ ਸ਼ੂਜ਼ ਪਾ ਕੇ ਕਿਸੇ ਅਪਰਾਧੀਆਂ ਨੂੰ ਕਿੱਦਾਂ ਨਜਿੱਠੇਗਾ? ਫਿਰ ਉਹਨਾਂ ਦੀ ਟ੍ਰੇਨਿੰਗ ਦੀ ਗੱਲ ਆ। ਫਿਰ ਉਸ ਤੋਂ ਬਾਅਦ ਦੇਖੋ ਪਰਮਿੰਦਰ ਜੀ, ਬੜੀ ਜ਼ਰੂਰੀ ਗੱਲ ਆ, ਤੁਸੀਂ ਇੱਕ ਜੌਬ ਕਰਦੇ ਆ, ਇੱਕ ਡਿਊਟੀ ਤੇ ਆ, ਮੈਂ ਇੱਕ ਕੰਮ ਲਈ ਆ ਤੇ ਸਾਨੂੰ ਹਫਤਾਵਾਰੀ ਛੁੱਟੀ ਜਿਹੜੀ ਆ ਉਹ ਮਿਲਦੀ ਆ। ਸਾਡੇ ਡਿਊਟੀ ਦੇ ਕੁਝ ਆਵਰਸ ਨੇ, ਕੁਝ ਘੰਟੇ ਨੇ, ਚਾਹੇ ਅਸੀਂ ਪੜ੍ਹ ਕੇ ਕਰਨੇ ਆ ਜਾਂ ਪ੍ਰੋਗਰਾਮ ਕਰਦੇ ਆ ਜਾਂ ਕੁਝ ਹੋਰ ਕੰਮ ਕਰਦੇ ਆ, ਕੋਈ ਡਾਕਟਰ ਆ, ਕੋਈ ਹਸਪੀਟਲ 'ਚ ਆ, ਕੋਈ ਟੀਚਰ ਆ। ਪਰ ਪੁਲਿਸ ਨੂੰ ਅਸੀਂ ਕਹਿੰਦੇ ਆ ਕਿ 24 ਘੰਟੇ ਦੇ ਮੁਲਾਜ਼ਮ ਨੇ, ਉਹਨਾਂ ਦੇ ਉਹ 8 ਘੰਟੇ ਕਿਹੜੇ ਨੇ, ਉਹ 12 ਘੰਟੇ ਕਿਹੜੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ। ਹਫਤਾਵਾਰੀ ਛੁੱਟੀ ਨਾਮ ਦੀ ਉਹਨਾਂ ਕੋਲ ਕੋਈ ਚੀਜ਼ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ। ਹਾਲਾਂਕਿ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਦਰੁਸਤ ਆ ਕਿ ਪੁਲਿਸ ਪ੍ਰਸ਼ਾਸਨ ਕੰਮ ਠੀਕ ਨਹੀਂ ਕਰਦਾ। ਪਰ ਉਹ ਠੀਕ ਕਿਉਂ ਨਹੀਂ ਕਰਦਾ, ਉਹਦੇ 'ਚ ਤੁਸੀਂ ਵੱਡਾ ਕਾਰਨ ਦੱਸਿਆ ਕਿ ਸਿਆਸੀ ਦਖਲਅੰਦਾਜ਼ੀ ਆ। ਉਹਦੇ 'ਚ 2-3 ਕਾਰਨ ਮੈਂ ਦੱਸੇ ਨੇ ਕਿ ਉਹਨਾਂ ਦੀ ਜਿਹੜੀ ਆ ਡਿਊਟੀ, ਉਹਨਾਂ ਦੇ ਉੱਤੇ ਮਾਨਸਿਕ ਪ੍ਰੈਸ਼ਰ, ਉਹਨਾਂ ਦੇ ਉੱਤੇ ਸਮੇਂ ਦਾ ਦਬਾਅ, ਉਹਨਾਂ ਦੀ ਵਰਦੀ, ਉਹਨਾਂ ਦੇ ਕੋਲ ਸਾਧਨਾਂ ਦਾ ਨਾ ਹੋਣਾ ਤੇ ਗੈਰ ਜ਼ਰੂਰੀ ਜਿਹੜੇ ਉਹਨਾਂ ਤੋਂ ਕੰਮ ਲੈ ਜਾਣੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਨੇ। ਇਹਦੇ ਲਈ ਬਹੁਤ ਵੱਡੇ ਰੱਦੋ ਬਦਲ ਦੀ ਤੇ ਬੜੇ ਪੂਰੇ ਦੇਸ਼ ਵਿਆਪੀ ਇੱਕ ਬਹਿਸ ਦੀ ਲੋੜ ਆ, ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੋ ਸਕਣਗੀਆਂ, ਨਹੀਂ ਤਾਂ ਸਿਰਫ ਅਖਬਾਰ ਦੀਆਂ ਖਬਰਾਂ ਨੇ। ਤੇ ਉਮੀਦ ਕਰਦੇ ਹਾਂ ਕਿ ਸਾਡੀ ਇਹ ਪ੍ਰੋਗਰਾਮ ਦੌਰਾਨ ਜਿਹੜੀ ਗੱਲਬਾਤ ਹੈ ਅਥਾਰਟੀਆਂ ਤੱਕ ਪਹੁੰਚੇ ਤੇ ਕੁਝ ਸੁਧਾਰ ਹੋਵੇ। ਤੇ ਇਸ ਵੇਲੇ ਪ੍ਰੋਗਰਾਮ 'ਚ ਅਗਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ, ਤੁਹਾਡੇ ਵਿਚਾਰ ਜਾਣਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।
ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਅੰਮ੍ਰਿਤਪਾਲ ਸ਼ਰਮਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਦੀ ਗੱਲ ਕੀਤੀ ਸੀ। ਮੈਨੂੰ ਬ੍ਰੇਕ ਤੇ ਜਾਣ ਤੋਂ ਬਾਅਦ ਉਹ ਆ ਗਿਆ ਕਿ ਤੁਸੀਂ ਕਿਚਨ 'ਚ ਲੈ ਕੇ ਗਏ ਸੀ ਮੈਨੂੰ। ਨਹੀਂ ਜੀ। ਇਸ ਤੋਂ ਇਲਾਵਾ ਇਹਦੇ ਨਾਲ ਜੁੜੀ ਹੋਈ ਖਬਰ ਹੈ ਲੁਧਿਆਣਾ ਤੋਂ, ਕਿਸੇ ਕਾਉਂਸਲਰ ਨੇ ਕੋਈ ਇਲਜ਼ਾਮ ਲਾਇਆ ਪੁਲਿਸ ਤੇ। ਕਿਸ ਗੱਲ ਨੂੰ ਲੈ ਕੇ ਇਲਜ਼ਾਮ ਲਾਇਆ ਤੇ ਪੂਰਾ ਮਾਮਲਾ ਕੀ ਹੈ? ਦੇਖੋ, ਲੁਧਿਆਣਾ ਤੋਂ ਇੱਕ ਕਾਉਂਸਲਰ ਨੇ ਮਿਊਨਿਸਪਲ ਕਮੇਟੀ ਦੇ, ਤੇ ਉਹ ਨਵਜੋਤ ਸਿੰਘ ਸਿੱਧੂ ਦੇ ਹਲਕੇ ਚੋਂ ਜਾਣੇ ਜਾਂਦੇ ਨੇ ਕਿ ਉਹਨਾਂ ਦੇ ਪਾਸੇ ਦੇ ਨੇ, ਉਹਨਾਂ ਦੇ ਨਜ਼ਦੀਕੀ ਨੇ। ਉਹਨਾਂ ਨੇ ਸ਼ਹਿਰ ਦੇ ਵਿੱਚ ਨਸ਼ੇ ਦੇ ਖਿਲਾਫ ਇੱਕ ਮਾਰਚ ਕੱਢਿਆ ਜੀ, ਤੇ ਨਸ਼ੇ ਦੇ ਖਿਲਾਫ ਕਾਉਂਸਲਰ ਨੇ ਲੋਕਾਂ ਨੂੰ ਜਾਗਰਤ ਕੀਤਾ, ਜਾਂ ਉਹਨਾਂ ਨੇ ਇੱਕ ਮਾਰਚ ਕੱਢਿਆ, ਤੇ ਫਿਰ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀਆਂ ਗੱਲਾਂ ਕੀਤੀਆਂ ਉਹ ਸਰਕਾਰ ਵਿਰੋਧੀ ਗੱਲਾਂ ਨੇ। ਜੀ, ਸਰਕਾਰ ਵਿਰੋਧੀ ਤੁਸੀਂ ਉਹਨਾਂ ਨੂੰ ਨਾ ਕਹੀਏ, ਕਿਉਂਕਿ ਜਦੋਂ ਅਸੀਂ ਕੁਝ ਸਰਕਾਰ ਦੇ ਖਿਲਾਫ ਕੋਈ ਸਵਾਲ ਉਠਾਉਂਦੇ ਆ ਤੇ ਫਿਰ ਅਸੀਂ ਸਰਕਾਰ ਵਿਰੋਧੀ ਹੋ ਜਾਂਦੇ ਹਾਂ। ਜੀ, ਦੇਸ਼ ਦੀ ਸਾਡੀ ਰਾਜਨੀਤੀ ਦਾ ਪਿਛਲੇ 7-8 ਸਾਲ ਤੋਂ ਇਹ ਹਾਲ ਹੋਇਆ ਪਿਆ ਕਿ ਜਦੋਂ ਅਸੀਂ ਸਰਕਾਰ ਦੀ ਕੋਈ ਊਣਤਾਈ ਸਾਹਮਣੇ ਲੈ ਕੇ ਆਉਂਦੇ ਹਾਂ ਬੀਇੰਗ ਏ ਨਾਗਰਿਕ, ਤਾਂ ਫਿਰ ਸਾਨੂੰ ਰਾਸ਼ਟਰ ਵਿਰੋਧੀ ਕਿਹਾ ਜਾਂਦਾ। ਸਰਕਾਰ ਤੇ ਰਾਸ਼ਟਰ ਬੀਜੇਪੀ ਨੇ ਖਾਸ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਸ਼ਬਦ ਬਣਾ ਦਿੱਤਾ। ਇਸੇ ਤਰ੍ਹਾਂ ਸਟੇਟ ਦੇ ਵਿੱਚ ਵੀ ਇਹੀ ਹਾਲ ਹੋਇਆ ਪਿਆ ਕਿ ਜੇ ਪ੍ਰਗਟ ਸਿੰਘ ਕੋਈ ਗੱਲ ਕਹਿੰਦੇ ਨੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪਬਲਿਕ ਫਰੰਟ ਦੇ ਉੱਤੇ ਇਹ ਗੱਲ ਨਾ ਕਰੋ, ਪਾਰਟੀ ਪਲੇਟਫਾਰਮ ਤੇ ਰੱਖੋ। ਜਦੋਂ ਉਹ ਪਾਰਟੀ ਪਲੇਟਫਾਰਮ ਤੇ ਗੱਲ ਰੱਖਦੇ ਨੇ ਤਾਂ ਉਹਨਾਂ ਦੀ ਸੁਣੀ ਨਹੀਂ ਜਾਂਦੀ। ਜਦੋਂ ਉਹ ਚਿੱਠੀ ਲਿਖਦੇ ਨੇ ਤਾਂ ਫਿਰ ਉਸ ਚਿੱਠੀ ਦਾ ਕੋਈ ਜਵਾਬ ਨਹੀਂ ਆਉਂਦਾ। ਜਦੋਂ ਉਹ ਚਿੱਠੀ ਨੂੰ ਜਨਤਕ ਕਰਦੇ ਨੇ ਤਾਂ ਫਿਰ ਰੌਲਾ ਪੈਂਦਾ। ਸੋ ਕੁੱਲ ਮਿਲਾ ਕੇ ਸਾਡੇ ਜਿਹੜੇ ਸਰਕਾਰੀ ਤੰਤਰ ਨੇ, ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਨੈਸ਼ਨਲ ਗਵਰਨਮੈਂਟ ਆ, ਇਹਨਾਂ ਦਾ ਜਿਹੜਾ ਇੱਕ ਹਾਜ਼ਮਾ ਆ ਉਹ ਆਪਣੇ ਵਿਰੋਧ ਨੂੰ ਸੁਣਨ ਵਾਲੇ ਪਾਸਿਓਂ ਲੈ ਕੇ ਬਿਲਕੁਲ ਖਰਾਬ ਆ। ਇਹ ਬਿਲਕੁਲ ਉਸ ਚੀਜ਼ ਨੂੰ ਡਾਈਜੈਸਟ ਨਹੀਂ ਕਰ ਪਾਉਂਦੇ ਕਿ ਉਹ ਸਾਡੀ ਕੋਈ ਗੱਲ, ਸਾਡੀ ਕੋਈ ਕਮੀ ਦੱਸ ਰਿਹਾ, ਕੋਈ ਊਣਤਾਈ ਦੱਸ ਰਿਹਾ। ਜਦ ਕਿ ਬਹੁਤ ਲੰਬੀ ਸਮੇਂ ਤੋਂ ਅਸੀਂ ਇਹ ਗੱਲ ਜਾਣਦੇ ਹਾਂ ਕਿ ਇੱਕ ਬਹੁਤ ਮਹਾਂਪੁਰਸ਼ ਨੇ ਲਿਖੀ ਹੋਈ ਗੱਲ ਸੀ, ਨਿੰਦਕ ਨੇਰੇ ਰਾਖੀਏ ਆਂਗਨ ਕੁਟੀ ਛਵਾਏ, ਕਿ ਨਿੰਦਕ ਨੂੰ ਜਿਹੜਾ ਤੁਹਾਡੀਆਂ ਕਮੀਆਂ ਕੱਢਦਾ ਉਹਨੂੰ ਆਪਣੇ ਨੇੜੇ ਰੱਖੋ, ਉਹਨੂੰ ਆਪਣੇ ਆਂਗਨ 'ਚ, ਉਹਨੂੰ ਵਿਹੜੇ 'ਚ, ਉਹਨੂੰ ਕੁਟੀ ਆਪਣੇ ਘਰ 'ਚ ਰੱਖੋ। ਬਿਨ ਸਾਬਨ ਪਾਣੀ ਬਿਨਾ ਨਿਰਮਲ ਕਰੇ ਸੁਭਾਏ। ਉਹ ਤੁਹਾਡੀਆਂ ਕਮੀਆਂ ਦੱਸਦਾ। ਜੇ ਤੁਸੀਂ ਉਹਦੀਆਂ ਗੱਲਾਂ ਸੁਣੋ ਤੇ ਤੁਸੀਂ ਆਪਣੇ ਸੁਭਾਅ ਦੀਆਂ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਕੱਢ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਤੇ ਚੰਗਾ ਤੇ ਹੋਰ ਚੰਗੇਰਾ ਬਣਾਉਣ ਦੇ ਯਤਨ ਜਿਹੜੇ ਆ ਉਹ ਕਰ ਸਕਦੇ ਆ। ਸੋ ਲੁਧਿਆਣੇ ਦੇ ਉਸ ਕਾਉਂਸਲਰ ਨੂੰ ਉਹ ਮਾਰਚ ਕਿਉਂ ਕੱਢਣਾ ਪਿਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਜਦੋਂ ਸਾਡੇ ਹਲਕੇ ਦੇ ਵਿੱਚ ਆਲੇ ਦੁਆਲੇ ਜਿਹੜੇ ਨਸ਼ੇ ਦਾ ਪ੍ਰਚਾਰ ਪ੍ਰਸਾਰ ਆ, ਨਸ਼ੇ ਦੀ ਜਿਹੜੀ ਵੰਡ ਪ੍ਰਣਾਲੀ ਆ ਉਹ ਧੜੱਲੇ ਨਾਲ ਚੱਲ ਰਹੀ ਆ, ਤੇ ਉਹ ਸਰਕਾਰੀ ਸ਼ਹਿ 'ਤੇ ਜਾਂ ਪੁਲਿਸ ਦੀ ਸ਼ਹਿ 'ਤੇ ਚੱਲ ਰਹੀ ਆ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਫੜ ਕੇ ਲੈ ਕੇ ਜਾਂਦੇ ਆ ਤੇ ਉਹ ਪੁਲਿਸ ਜਿਹੜੀ ਆ ਉਹਦੇ 'ਤੇ ਕੋਈ ਕਾਰਵਾਈ ਨਹੀਂ ਕਰਦੀ ਜਾਂ ਫਿਰ ਐਵੇਂ ਹੀ ਛੱਡ ਦਿੰਦੀ ਆ। ਸਾਡੇ ਇੱਕ ਵਾਕਫਕਾਰ 'ਚ ਪਿੱਛੇ ਜੇ ਇੱਕ ਗੱਲ ਹੋਈ ਕਿ ਉਹਨਾਂ ਦੀ ਗੱਡੀ ਕਿਤੇ ਖੜੀ ਸੀ, ਉਹਦੇ ਗੱਡੀ ਦਾ ਸ਼ੀਸ਼ਾ ਭੰਨ ਕੇ ਤੇ ਉਹ ਜਿਹੜੇ ਬੰਦੇ ਸੀ ਉਹਦੇ ਤੋਂ ਪੈਸੇ ਜਿੰਨੇ ਉਹਦੇ 'ਚ 2-2.5 ਲੱਖ ਰੁਪਇਆ ਪਿਆ ਸੀ ਉਹ ਲੈ ਕੇ ਰਫੂ ਚੱਕਰ ਹੋ ਗਏ। ਨਾਲ ਹੀ ਇੱਕ ਹਸਪੀਟਲ ਸੀ, ਉਹ ਹਸਪੀਟਲ ਦੇ CCTV ਕੈਮਰੇ 'ਚ ਉਹ ਬੰਦੇ ਸਾਹਮਣੇ ਆ ਗਏ। ਪੁਲਿਸ ਨੇ ਉਹ ਬੰਦੇ ਫੜ ਵੀ ਲਏ, ਪਰ ਫਿਰ ਅਗਲੇ ਦਿਨ ਹੀ ਉਹ ਪੁਲਿਸ ਨੇ ਬੰਦਿਆਂ ਤੇ ਪਰਚਾ ਦਰਜ ਕਰਨ ਦੀ ਬਜਾਏ ਕਿਸੇ ਦਬਾਅ ਦੇ ਅੰਦਰ ਆ ਕੇ ਉਹਨਾਂ ਨੂੰ ਛੱਡ ਦਿੱਤਾ। ਬਾਅਦ ਵਿੱਚ ਫਿਰ ਖੈਰ ਦੂਸਰੇ ਪਾਸਿਓਂ ਵੀ ਦਬਾਅ ਬਣਿਆ, ਬੰਦੇ ਫੜੇ ਗਏ, ਪਰਚਾ ਕੱਟਿਆ ਗਿਆ, ਉਹ ਸਾਰੀਆਂ ਗੱਲਾਂ ਹੋਈਆਂ। ਪਰ ਦੇਖੋ, ਹੁਣੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਇਹ ਕਹਿਣਾ ਪੈਂਦਾ ਕਿ ਪੁਲਿਸ ਪ੍ਰਸ਼ਾਸਨ ਠੀਕ ਕੰਮ ਨਹੀਂ ਕਰਦਾ, ਤੇ ਇੱਕ ਕਾਉਂਸਲਰ ਨੂੰ ਕਹਿਣਾ ਪੈਂਦਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਸਰਕਾਰੀ ਕਾਉਂਸਲਰ ਉਸੇ ਪਾਰਟੀ ਦੀ ਸਰਕਾਰ ਆ, ਉਸੇ ਪਾਰਟੀ ਦਾ ਕਾਉਂਸਲਰ ਆ, ਉਹਦੇ ਕਹਿਣ ਤੇ ਵੀ ਨਸ਼ੇ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਨਹੀਂ ਫੜਦਾ। ਤੇ ਫਿਰ ਮੈਂਬਰ ਪਾਰਲੀਮੈਂਟ ਨੂੰ ਵੀ ਇਹ ਗੱਲ ਕਹਿਣੀ ਪੈਂਦੀ ਆ ਕਿ ਸਰਕਾਰ ਕੰਮ ਠੀਕ ਨਹੀਂ ਕਰਦੀ। ਮੈਂਬਰ ਲੈਜਿਸਲੇਟਿਵ ਏਜੰਸੀ ਜਿਹੜਾ ਆ ਉਹ ਚਿੱਠੀਆਂ ਲਿਖਦਾ ਸਰਕਾਰ ਨੂੰ ਕਿ ਸਰਕਾਰ ਕੰਮ ਜਿਹੜੀ ਆ ਸਰਕਾਰੀ ਤੰਤਰ ਕੰਮ ਨਹੀਂ ਠੀਕ ਕਰਦਾ। ਸੋ ਕੁੱਲ ਮਿਲਾ ਕੇ ਜਿਹੜੀ ਹਾਲਾਤ ਨੇ ਉਹ ਤਕੜੇ ਦੀ ਵਾਲੇ ਗੱਲ ਹੋਏ ਨੇ, ਚਾਹੇ ਉਹ ਨਸ਼ਾ ਵੇਚਣ ਵਾਲਾ ਆ, ਚਾਹੇ ਉਹ ਮਾਈਨਿੰਗ ਕਰਨ ਵਾਲਾ ਆ, ਚਾਹੇ ਉਹ ਕੇਬਲ ਮਾਫੀਆ ਆ, ਚਾਹੇ ਉਹ ਟਰਾਂਸਪੋਰਟ ਮਾਫੀਆ ਆ। ਸਰਕਾਰ ਦਾ ਕੰਟਰੋਲ ਜਿਹੜਾ ਆ ਕੁੱਲ ਮਿਲਾ ਕੇ ਕੁਝ ਬੰਦਿਆਂ ਨੂੰ ਕਾਬੂ ਕਰਨ 'ਚ, ਕੁਝ ਬੰਦਿਆਂ ਨੂੰ ਖੁਸ਼ ਕਰਨ 'ਚ, ਜਾਂ ਫਿਰ ਅਗਲੀ ਵਾਰ ਵੋਟਾਂ ਬਣਾਉਣ ਤੱਕ ਹੀ ਸੀਮਤ ਆ। ਇਸ ਤੋਂ ਜ਼ਿਆਦਾ ਜਿਹੜੀ ਗੱਲਬਾਤ ਆ ਉਹ ਕਿਤੇ ਤੁਰਦੀ ਨਹੀਂ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਹੁਣ ਪੰਜਾਬ ਦੀ ਸਿਆਸਤ ਵੱਲ ਆਈਏ ਤੇ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਤਾਜ਼ਪੋਸ਼ੀ ਸਮਾਗਮ ਵੇਲੇ ਤੇ ਸੁਲ੍ਹਾ ਸਫਾਈ ਨਜ਼ਰ ਆਈ ਸੀ, ਪਰ ਕੈਮਰੇ ਦੀ ਅੱਖ ਨੇ ਕੁਝ ਕਮੀਆਂ ਫੜ ਲਈਆਂ ਸਨ, ਤੇ ਹਾਲੇ ਵੀ ਦੋਵਾਂ ਵਿਚਾਲੇ ਸਭ ਕੁਝ ਠੀਕ ਠਾਕ ਹੈ ਜਾਂ ਨਹੀਂ? ਦੇਖੋ, ਓਪਨਲੀ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਬੀਤੇ ਦਿਨੀ ਇੱਕ ਸਮਾਗਮ 'ਚ ਬੋਲਦੇ ਸੀ ਕਿ ਮੈਂ ਸਰਕਾਰ ਚਲਾ ਰਿਹਾ ਤੇ ਉਹ ਪਾਰਟੀ ਚਲਾ ਰਹੇ ਨੇ, ਸਾਡੇ ਵਿੱਚ ਸਭ ਠੀਕ ਆ। ਪਰ ਕੁਝ ਦਿਨ ਪਹਿਲਾਂ ਕੈਪਟਨ ਸਾਹਿਬ ਨੇ ਜਦੋਂ 400 ਯੂਨਿਟ ਮੁਫਤ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕੁਝ ਮੁਫਤ ਬਿਜਲੀ ਦੀ ਗੱਲ ਕੀਤੀ ਸੀ, ਤੇ ਆਮ ਆਦਮੀ ਪਾਰਟੀ ਨੇ ਉਸ ਤੋਂ ਪਹਿਲਾਂ ਮੁਫਤ ਬਿਜਲੀ ਦੀ ਜਿਹੜੇ ਐਲਾਨ ਕੀਤਾ ਸੀ। ਇਹਨਾਂ ਸਾਰੀਆਂ ਨੂੰ ਉਲੱਧਦੇ ਹੋਏ ਸਿੱਧੂ ਸਾਹਿਬ ਨੇ ਗੱਲ ਕੀਤੀ ਸੀ ਕਿ ਜਦੋਂ ਸਾਡੀ ਅਗਲੀ ਵਾਰ ਸਰਕਾਰ ਬਣੇਗੀ ਅਸੀਂ ਮੁਫਤ ਬਿਜਲੀ ਬਿਲਕੁਲ ਨਹੀਂ ਦੇਵਾਂਗੇ, ਬਲਕਿ 2 ਰੁਪਏ ਯੂਨਿਟ ਖਰੀਦ ਕੇ 3 ਰੁਪਏ ਯੂਨਿਟ ਦੇਵਾਂਗੇ। ਸੋ ਉੱਥੋਂ ਇਹ ਗੱਲ ਸਮਝ ਲੱਗੀ ਸੀ ਕਿ ਉਹਨਾਂ ਨੇ ਉਸ ਜਿਹੜੀ ਆਪਣੀ ਪਾਰਟੀ ਦੀ ਗੱਲ ਨੂੰ ਵੀ ਉਲੱਧਿਆ, CM ਸਾਹਿਬ ਦੀ ਗੱਲ ਨੂੰ ਉਹਨਾਂ ਨੇ ਦਰਕਨਾਰ ਕੀਤਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੌਕਿਆਂ ਦੇ ਉੱਤੇ ਜਦੋਂ ਦੋਨਾਂ ਦੀ ਜਿਹੜੀ ਗੱਲਬਾਤ ਦੇਖਦੇ ਆ, ਚਾਹੇ ਉਹ
ਪੁਲਿਸ ਫਾਇਰਿੰਗ ਦੇ ਵਿੱਚ ਹੋਈਆਂ ਮੌਤਾਂ ਦੀ ਗੱਲ ਆ, ਬੇਅਦਬੀ ਦੀ ਗੱਲ ਆ, ਮਾਈਨਿੰਗ ਦੀ ਗੱਲ ਆ, ਤੇ ਉਹ ਜਿਹੜੀ ਗੱਲਬਾਤ ਆ ਆਪਸ ਦੇ ਵਿੱਚ ਹਾਲੇ ਉਹਨਾਂ ਤਾਲਮੇਲ ਬਣਿਆ ਨਹੀਂ। ਬੇਸ਼ੱਕ ਹੁਣ ਉਨੀ ਰਿਫਟ ਵੀ ਨਹੀਂ ਰਹਿ ਗਈ ਆਪਸ ਦੇ ਵਿੱਚ, ਪਰ ਫੇਰ ਵੀ ਸਿੱਧੂ ਸਾਹਿਬ ਇੱਕ ਵੱਖਰੇ ਮੁਹਾਜ ਤੋਂ ਬੋਲਦੇ ਨੇ, ਇੱਕ ਵੱਖਰੇ ਮੁਹਾਣੇ ਤੋਂ ਗੱਲ ਕਰਦੇ ਨੇ, ਤੇ ਕੈਪਟਨ ਸਾਹਿਬ ਜਿਹੜੇ ਨੇ ਉਹ ਇੱਕ ਹੋਰ ਸੁਰ ਅਲਾਪ ਦੇ ਨਜ਼ਰ ਆਉਂਦੇ ਨੇ। ਆਪਸ ਦੇ ਵਿੱਚ ਇਹਨਾਂ ਦਾ ਤਾਲਮੇਲ ਕਿਵੇਂ ਹੋਵੇਗਾ, ਕਿੱਦਾਂ ਹੋਵੇਗਾ, ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਇਹ ਸਾਰੀਆਂ ਗੱਲਾਂ ਹਾਈ ਕਮਾਨ ਨੂੰ ਪਤਾ ਹੋਣਗੀਆਂ, ਪਰ ਹਾਲੇ ਤੱਕ ਜਿਹੜੇ ਸੁਰ ਨੇ ਉਹ ਬਿਲਕੁਲ ਵੱਖੋ ਵੱਖਰੇ ਨੇ ਜੀ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਮੈਂਬਰਾਂ ਦਾ ਐਲਾਨ ਤਾਂ ਉਹ ਕਰ ਚੁੱਕੇ ਨੇ, ਕਿਉਂਕਿ ਹਜੇ ਭਾਵੇਂ ਚੋਣਾਂ ਨੂੰ 6 ਮਹੀਨੇ ਬਾਕੀ ਨੇ, ਪਰ ਹੁਣ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਕੇ ਕੀ ਉਹਨਾਂ ਨੂੰ ਟਿਕਟਾਂ ਪੱਕੀਆਂ ਕਰ ਰਹੇ ਨੇ ਜਾਂ ਕੁਝ ਹੋਰ ਹੈ? ਬਿਲਕੁਲ ਜੀ, ਕੋਵਿਡ ਦੀ ਦੂਸਰੀ ਲਹਿਰ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕੁਝ ਦੌਰਾ ਸ਼ੁਰੂ ਕੀਤਾ ਸੀਗਾ ਜਲਾਲਾਬਾਦ ਤੋਂ, ਜਾਂ ਕੁਝ ਹੋਰ ਜਗ੍ਹਾ ਤੋਂ ਉਹਨਾਂ ਨੇ ਆਪਣੀ ਟਿਕਟ ਦਾ ਐਲਾਨ ਵੀ ਕੀਤਾ ਸੀਗਾ, ਹੋਰ ਟਿਕਟਾਂ ਦੇ ਵੀ ਕੁਝ ਐਲਾਨ ਉਹਨਾਂ ਨੇ ਕੀਤੇ ਸੀ ਜੀ, ਤੇ ਕੁਝ ਹੋਰ ਪ੍ਰਪੋਜ਼ਲ ਸੀਗੀਆਂ ਕਿ ਉਹਨਾਂ ਨੇ ਦਸੂਹੇ ਜਾਣਾ ਸੀ ਜਾਂ ਮੁਕੇਰੀਆਂ ਜਾ ਕੇ ਐਲਾਨ ਕਰਨਾ ਸੀਗਾ, ਗੁਰਦਾਸਪੁਰ ਦਾ ਦੌਰਾ ਪੈਂਡਿੰਗ ਸੀ, ਆਦਮਪੁਰ ਦੀ ਸੀਟ ਦਾ ਐਲਾਨ ਕਰ ਦਿੱਤਾ ਸੀ, ਪਰ ਉਹ ਫਿਰ ਕੋਵਿਡ ਤੋਂ ਬਾਅਦ ਜਿਹੜੀ ਕੋਵਿਡ ਦੀ ਸੈਕੰਡ ਵੇਵ ਆਈ ਤੇ ਫਿਰ ਕਿਸਾਨ ਅੰਦੋਲਨ ਦਾ ਵੀ ਉਹਦੇ 'ਚ ਰੌਲਾ ਰੱਪਾ ਸ਼ੁਰੂ ਹੋਇਆ, ਜ਼ਿਆਦਾ ਦਬਾਅ ਬਣਿਆ, ਤੇ ਫਿਰ ਉਹਨਾਂ ਨੇ ਉਹ ਦੌਰੇ ਜਿਹੜੇ ਸੀ ਉਹਨਾਂ ਨੂੰ ਥੋੜੀ ਜਿਹੀ ਬ੍ਰੇਕ ਲਾਤੀ ਸੀ। ਕੱਲ ਉਹਨਾਂ ਨੇ 12 ਹੋਰ ਅਹੁਦੇਦਾਰਾਂ ਦੇ ਐਲਾਨ ਕੀਤੇ ਨੇ, ਉਹਨਾਂ ਨੇ ਮੁੱਖ ਸੇਵਾਦਾਰ ਕਿਹਾ ਕਿ ਹਲਕਿਆਂ 'ਚ ਅਸੀਂ ਸੇਵਾਦਾਰ ਜਿਹੜੇ ਨੇ ਲਾਤੇ ਨੇ, ਹਲਕਾ ਇੰਚਾਰਜ ਸੀ, ਹੁਣ ਭਾਸ਼ਾ ਥੋੜੀ ਜਿਹੀ ਹੋਰ ਸੱਭਿਅਕ ਹੋ ਗਈ ਆ ਕਿ ਇਹ ਸੇਵਾਦਾਰ ਨੇ। ਤੇ ਜਦੋਂ ਸੇਵਾ ਇਹ ਆਪਣੀ ਕਰਨਗੇ ਕਿ ਲੋਕਾਂ ਦੀ ਕਰਨਗੇ? ਨਹੀਂ, ਅਕਸਰ ਇਹ ਲੋਕਾਂ ਦੀ ਸੇਵਾ ਕਰਦੇ ਨੇ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਰਾਜ ਨਹੀਂ ਕਰਦੇ, ਸੇਵਾ ਕਰਦੇ ਹਾਂ, ਪਰ ਫਿਰ ਜਦੋਂ ਅਧਿਆਪਕ ਦਲ ਇਹਨਾਂ ਕੋਲ ਨੌਕਰੀ ਦੀ ਡਿਮਾਂਡ ਲਈ ਜਾਂ ਫਿਰ ਉਹ ਕੱਚਿਆਂ ਤੋਂ ਪੱਕੇ ਹੋਣ ਲਈ ਜਾਂਦੇ ਨੇ, ਫਿਰ ਉੱਥੇ ਪੁਲਿਸ ਜਿਹੜੀ ਉਹਨਾਂ ਦੀ ਸੇਵਾ ਕਰਦੀ ਆ, ਫਿਰ ਅਸੀਂ ਉਹ ਕਈ ਵਾਰ ਉਹਦੀਆਂ ਘਟਨਾਵਾਂ ਜਿਹੜੀਆਂ ਉਹ ਕਹਿੰਦੇ ਆ ਕਿ ਇਹ ਇਹਨਾਂ ਦੀ ਸੇਵਾ ਆ। ਜਾਂ ਫਿਰ ਜਦੋਂ ਮਾਈਨਿੰਗ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਵੱਡੇ ਵੱਡੇ ਕਰੋੜਾਂ ਦੇ, ਹਜ਼ਾਰਾਂ ਕਰੋੜਾਂ ਦੇ ਘਪਲੇ ਸਮਝ ਆਉਂਦੇ ਨੇ, ਤੇ ਫਿਰ ਅਸੀਂ ਕਹਿੰਦੇ ਆ ਕਿ ਇਹ ਇਹਨਾਂ ਦੀ ਆਪਣੀ ਸੇਵਾ ਆ। ਤੇ ਸੇਵਾਦਾਰ ਵਾਲੀ ਜਿਹੜੀ ਗੱਲ ਆ, ਉਹ ਜਿਹੜੇ ਪ੍ਰਧਾਨ ਸੇਵਕ ਨੇ ਦੇਸ਼ ਦੇ ਲੱਗੇ ਸੀ, ਉਹ ਵੀ ਆਪਣੇ ਆਪ ਨੂੰ ਮੁੱਖ ਸੇਵਕ ਕਹਿੰਦੇ ਸੀ ਕਿ ਮੈਂ ਪ੍ਰਧਾਨ ਸੇਵਕ ਆ। ਫਿਰ ਅਗਲੀ ਵਾਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਚੌਂਕੀਦਾਰ ਆ। ਉਹ ਜਿਹੜੀਆਂ ਲਿਫਾਫੇਬਾਜ਼ੀ ਵਾਲੀਆਂ ਗੱਲਾਂ ਆ, ਉਹ ਸਾਡੀ ਰਾਜਨੀਤੀ ਦਾ ਹਮੇਸ਼ਾ ਹਿੱਸਾ ਰਹਿੰਦੀਆਂ ਨੇ। ਪਰ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਜਲੰਧਰ ਸ਼ਹਿਰੀ ਤੋਂ ਲੈ ਕੇ ਤਰਨਤਾਰਨ, ਗਿੱਲ ਹਲਕਾ, ਫਿਰੋਜ਼ਪੁਰ ਸ਼ਹਿਰੀ, ਰਾਜਪੁਰਾ, ਕਾਫੀ ਕੋਈ 12 ਕੁ ਹਲਕੇ ਤੋਂ ਜਿਹੜੇ ਆਪਣੇ ਬੰਦੇ ਨੇ ਅਨਾਉਂਸ ਕੀਤੇ ਨੇ। ਲੋਕਲ ਪਾਰਟੀ ਆ, ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਆ, ਉਹਨਾਂ ਦੀ ਜਿਹੜੀ ਹਾਈ ਕਮਾਂਡ ਆ ਉਹ ਸਰਵਾ ਆ, ਉਹ ਇੱਕ ਟੀਮ ਜ਼ਰੂਰ ਬਣੀ ਹੋਈ ਆ, ਪਾਰਲੀਮੈਂਟ ਅਫੇਅਰ ਕਮੇਟੀ ਉਹਨੂੰ ਕਹਿ ਦਿੰਦੇ ਨੇ, ਪਰ ਕਰਨਾ ਕਰਾਉਣਾ ਜਿਹੜਾ ਆ ਉਹ ਸਾਰਾ ਕੁਝ ਕੁੱਲ ਮਿਲਾ ਕੇ ਫਿਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਇੱਕ ਦੋ ਹੋਰ ਜਿਹੜੇ ਨੇ ਨੇੜੇ ਦੇ ਲੋਕ ਨੇ ਉਹਨਾਂ ਨੇ ਹੀ ਕਰਨਾ ਹੁੰਦਾ। ਸੋ ਇਸ ਤਰੀਕੇ ਨਾਲ ਉਹਨਾਂ ਕੋਲ ਇੱਕ ਪਹਿਲ ਕਦਮੀ ਜ਼ਰੂਰ ਆ ਕਿ ਉਹ ਛੇਤੀ ਤੋਂ ਛੇਤੀ ਜਿਹੜੇ ਬੰਦੇ ਨੇ ਉਹਨਾਂ ਦਾ ਅਨਾਉਂਸਮੈਂਟ ਕਰ ਦਿੰਦੇ ਨੇ, ਤੇ ਰਾਜਨੀਤੀ ਦੇ ਵਿੱਚ ਇੱਕ ਗਹਿਮਾ ਗਹਿਮੀ ਜ਼ਰੂਰ ਆ, ਕਿਉਂਕਿ ਇਲੈਕਸ਼ਨਸ ਜਿਹੜੀਆਂ ਫਿਰ ਨੇੜੇ ਆ ਰਹੀਆਂ ਨੇ। ਸੋ ਇਹ ਕੌਣ ਬੰਦੇ ਚੁਣੇ ਨੇ, ਕੌਣ ਨਹੀਂ, ਇਹ ਸਾਰੀਆਂ ਗੱਲਾਂ ਅਖਬਾਰਾਂ 'ਚ ਨੇ, ਪਰ ਸ਼੍ਰੋਮਣੀ ਅਕਾਲੀ ਦਲ ਕੋਈ ਇਹਨਾਂ 12 ਅਨਾਉਂਸਮੈਂਟ ਤੋਂ ਨਾਲ ਲੈ ਕੇ ਮੇਰਾ ਖਿਆਲ ਹੈ ਕੋਈ 20 ਦੇ ਨੇੜੇ ਤੇੜੇ ਸੀਟਾਂ ਉਹਨਾਂ ਨੇ ਜਿਹੜੀਆਂ ਕੁੱਲ ਮਿਲਾ ਕੇ ਐਲਾਨ ਦਿੱਤੀਆਂ ਨੇ। ਤੇ ਸ਼ਰਮਾ ਜੀ, ਪੰਜਾਬ ਦੀ ਸਿਆਸਤ ਵਿੱਚ ਸਿੱਧੂ ਤੇ ਕੈਪਟਨ ਵਿਚਾਲੇ ਹਜੇ ਤਲਖੀ ਬਰਕਰਾਰ ਹੈ, ਜਿਵੇਂ ਕਿ ਤੁਸੀਂ ਦੱਸਿਆ, ਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਹਾਈ ਕਮਾਨ ਨੂੰ ਮਿਲਣ ਦੇ ਚਰਚੇ ਨੇ। ਨਹੀਂ, ਇਹਨੂੰ ਤਲਖੀ ਬਰਕਰਾਰ ਨਹੀਂ ਕਹਿ ਸਕਦੇ, ਆਪਸ ਦੇ ਵਿੱਚ ਦੋਨਾਂ ਨੇ ਕਹਿਤਾ ਕਿ ਉਹ ਸਰਕਾਰ ਚਲਾ ਰਹੇ ਨੇ, ਮੈਂ ਪਾਰਟੀ ਚਲਾ ਰਿਹਾ। ਕੈਪਟਨ ਸਾਹਿਬ ਨੇ ਵੀ ਇਹ ਕਿਹਾ ਕਿ ਮੈਂ ਸਰਕਾਰ ਤੇ ਹਾਂ ਤੇ ਸਿੱਧੂ ਸਾਹਿਬ ਪਾਰਟੀ ਦੇਖ ਰਹੇ ਨੇ। ਤਲਖੀ ਨਹੀਂ ਹੈਗੀ, ਤੁਸੀਂ ਇਦਾਂ ਕਹਿ ਸਕਦੇ ਆ ਕਿ ਇਹਨਾਂ ਦੀ ਲਾਈਨ ਅਲੱਗ ਆ, ਤੇ ਦੋਨੋਂ ਹੀ ਹਾਲੇ ਆਪਣੀ ਹਿੰਡ ਜਿਹੜੀ ਆ ਉਹ ਛੱਡਦੇ ਨਜ਼ਰ ਨਹੀਂ ਆਉਂਦੇ। ਜੀ, ਉਹਨਾਂ ਦੀ ਜਿਹੜੀ ਕੈਪਟਨ ਸਾਹਿਬ ਦੀ ਗੱਲ ਆ ਹਾਈ ਕਮਾਂਡ ਨੂੰ ਮਿਲਣ ਦੀ, ਉਹ ਕਾਫੀ ਦਿਨਾਂ ਬਾਅਦ ਉਹਨਾਂ ਨੂੰ ਮੌਕਾ ਮਿਲਿਆ। ਮੇਰਾ ਖਿਆਲ ਆ ਅੱਜ ਕਹਿ ਰਹੇ ਆ ਕਿ ਉਹ ਸੋਨੀਆ ਗਾਂਧੀ ਨੂੰ ਮਿਲ ਕੇ ਆਉਣਗੇ। ਇਹਦੇ ਲਈ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਕੁਝ ਫੇਰ ਬਦਲ ਹੋਣਗੇ, ਤੇ ਕੁਝ ਜੋ ਉਹਨਾਂ ਨੂੰ 18-19 ਕੰਮ ਮਿਲੇ ਸੀ ਉਹਦੇ ਬਾਰੇ ਵੀ ਕੁਝ ਦੱਸਣਗੇ ਕਿ ਮੈਂ ਕੁਝ ਕਰ ਦਿੱਤੇ ਨੇ ਜਾਂ ਕੁਝ ਰਹਿ ਗਏ ਨੇ। ਤੇ ਹੋ ਸਕਦਾ ਕੁਝ ਹੋਰ ਘਟਨਾਵਾਂ ਜਿਹੜੀਆਂ ਉੱਥੇ ਜਾ ਕੇ ਅੰਜਾਮ ਦੇਣ, ਤੇ ਇਹ ਵੀ ਗੱਲ ਸਾਹਮਣੇ ਆ ਸਕਦੀ ਆ ਕਿ ਉਹ ਵੀ ਅਗਲੀ ਵਾਰ ਲਈ ਕੁਝ 1-2 ਮੀਟਿੰਗਾਂ ਕਰਕੇ ਤੇ ਕੁਝ ਟਿਕਟਾਂ ਦੇ ਐਲਾਨ ਕਰਨ, ਕਿਉਂਕਿ ਕਾਂਗਰਸ ਇਹਦੇ 'ਚ ਅਕਸਰ ਹਰ ਵਾਰ ਪਛੜ ਜਾਂਦੀ ਆ, ਕਿਉਂਕਿ ਉਹਨਾਂ ਨੂੰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਹਾਈ ਕਮਾਂਡ ਤੋਂ ਲੈ ਕੇ ਆਉਣੀਆਂ ਪੈਂਦੀਆਂ ਨੇ। ਮੈਨੂੰ ਇਦਾਂ ਲੱਗਦਾ, ਮੇਰੇ ਨਿੱਜੀ ਵਿਚਾਰ ਨੇ, ਕਿ ਸਮਾਂ ਜਿਹੜਾ ਆ ਇਲੈਕਸ਼ਨ ਦੇ ਵਿੱਚ ਉਹ ਥੋੜ੍ਹਾ ਰਹਿ ਗਿਆ। ਹੁਣ ਇੰਨੇ ਦਿਨਾਂ ਦੇ ਵਿੱਚ ਜੇਕਰ ਕੈਬਨਿਟ ਦੇ ਵਿੱਚ ਫੇਰ ਬਦਲ ਨਾ ਵੀ ਕੀਤਾ ਜਾਵੇ ਤੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਹੁਣ ਜੇ ਤੁਸੀਂ ਕਿਸੇ ਪੁਰਾਣੇ ਨੂੰ ਲਾਓਗੇ, ਕਿਸੇ ਨਵੇਂ ਨੂੰ ਲਾਓਗੇ, ਇੰਨੀ ਕੁ ਦੇਰ ਤੱਕ ਤਾਂ ਉਹਨੂੰ ਮਿਨਿਸਟਰੀ ਦੀ ਜਿਹੜੀ ਆ ਉਹ ਸਮਝ ਵੀ ਨਹੀਂ ਆਉਣੀ, ਤੇ ਗੱਲ ਮੋਰੇ ਜਿਹੜੇ ਟਾਈਮ ਆ, ਦਿਨ ਬਹੁਤ ਥੋੜ੍ਹੇ ਰਹਿ ਗਏ ਨੇ। ਮੌਨਸੂਨ ਸੈਸ਼ਨ ਹੈ, ਅਗਲੇ ਮਹੀਨੇ ਵਿਧਾਨ ਸਭਾ ਨੇ ਬੈਠਣਾ ਹੈ, ਉਸ ਤੋਂ ਬਾਅਦ ਫਿਰ ਚੋਣਾਂ ਦੀ ਤਿਆਰੀ ਜਿਹੜੀ ਆ ਉਹ ਹੋ ਜਾਣੀ ਹੈ। ਹੁਣ ਤੇ ਕੁੱਲ ਮਿਲਾ ਕੇ ਇਸੇ ਗੱਲ ਤੇ ਹੋਣਾ ਚਾਹੀਦਾ ਕਿ ਜਿੰਨੇ ਕੁ ਕੰਮ ਤੁਹਾਡੇ ਜਿੰਮੇ ਹਾਈ ਕਮਾਂਡ ਨੇ ਲਾਏ ਨੇ ਉਹਨੇ ਕੁ ਕਰ ਲਓ ਤੇ ਚੰਗੇ ਰਹਿਣਗੇ। ਜੀ ਤੇ ਸ਼ਰਮਾ ਜੀ, ਮਾਮੇ ਭਾਂਜੇ ਦੀ ਦੋਸਤੀ ਦਾ ਰੌਲਾ ਜਾਂ ਘਪਲੇ ਦਾ ਰੌਲਾ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ। ਦੋ ਗੱਲਾਂ ਪੰਜਾਬ ਦੀ ਸਿਆਸਤ 'ਚ ਬਿਲਕੁਲ ਇਹ ਛਾਈਆਂ ਹੋਈਆਂ ਨੇ। ਇੱਕ ਤੇ
ਸੁੱਚਾ ਸਿੰਘ ਛੋਟੇਪੁਰ ਦੀ ਗੱਲਬਾਤ ਚੱਲ ਰਹੀ ਆ, ਕਹਿੰਦੇ ਨੇ ਕਿ ਉਹਨਾਂ ਨੇ ਛੇਤੀ ਆਪਣੀ ਪਾਰਟੀ ਛੱਡੀ ਹੋਈ ਆ, ਕਾਫੀ ਦੇਰ ਤੋਂ ਉਹ ਸਾਇਲੈਂਟ ਬੈਠੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਉਹਨਾਂ ਨੇ ਬਹੁਤ ਕੰਮ ਕੀਤਾ ਸੀ, ਬਾਅਦ ਵਿੱਚ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਤੁਰਸ਼ੀ ਕਰਕੇ ਉਹਨਾਂ ਨੂੰ ਉਸ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ, ਆਮ ਆਦਮੀ ਪਾਰਟੀ ਤੋਂ। ਹਾਲਾਂਕਿ ਬਾਅਦ ਵਿੱਚ ਉਹ ਗੱਲ ਸਾਹਮਣੇ ਵੀ ਕਿਤੇ ਨਹੀਂ ਆਈ ਤੇ ਆਮ ਆਦਮੀ ਪਾਰਟੀ ਦੇ ਉੱਤੇ ਇਸ ਗੱਲ ਦਾ ਇਲਜ਼ਾਮ ਵੀ ਲੱਗਦਾ ਰਿਹਾ ਕਿ ਉਹਨਾਂ ਨੇ ਇੱਕ ਚੰਗੇ ਲੀਡਰ ਨੂੰ ਐਵੇਂ ਗਵਾਇਆ ਜਾਂ ਉਹਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਇੱਕ ਕਿਸਮ ਦੇ ਨਾਲ, ਤੇ ਫਿਰ ਉਸ ਦਾ ਖਮਿਆਜ਼ਾ ਵੀ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ। ਇਹ ਆਮ ਲੋਕਾਂ ਦੇ ਵਿੱਚ ਇਹ ਗੱਲ ਸੀ। ਤੇ ਦੂਸਰੀ ਘਟਨਾ ਜਿਹੜੀ ਤੁਸੀਂ ਮਾਮੇ ਭਾਂਜੇ ਵਾਲੀ ਦੱਸੀ ਆ ਕਿ ਜਲਾਲਪੁਰ ਤੋਂ ਜੀ ਉਹਨਾਂ ਦੇ ਜਿਹੜੇ ਇੱਕ MLA ਸੀ, ਉਹਨਾਂ ਦੇ ਭਾਣਜੇ ਦੇ ਬਾਰੇ 'ਚ ਕਿਹਾ ਜਾਂਦਾ ਕਿ ਉਹਨਾਂ ਨੇ ਮੰਡੀ ਬੋਰਡ ਦੇ ਵਿੱਚ ਜਾਂ ਫੂਡ ਇੰਸਪੈਕਟਰ ਸੀ ਉਹ, ਉਹਨਾਂ ਨੇ ਇੱਕ ਵੱਡਾ ਘਪਲਾ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਹਲਕੇ ਦੇ ਵਿੱਚ। ਜਿਹੜਾ ਇੱਕ ਗੋਦਾਮ ਸੀ ਉਹੀ ਸਾਰਾ ਖਾਲੀ ਕਰ ਦਿੱਤਾ। ਕੋਈ 16 ਤੋਂ 20 ਕਰੋੜ ਦੇ ਘਪਲੇ ਦੀ ਜਿਹੜੀ ਗੱਲ ਆ ਉਹ ਸਾਹਮਣੇ ਆ ਰਹੀ ਆ। ਸੋ ਇਹਨੂੰ ਵੀ ਫਿਰ ਸਿਆਸਤ ਨਾਲ ਜੋੜਿਆ ਜਾਏਗਾ। ਉਹ ਕਹਿਣਗੇ ਕਿ ਮੈਂ ਸਿੱਧੂ ਵਾਲੇ ਪਾਸੇ ਸੀ ਤਾਂ ਇਸ 'ਤੇ ਛਾਪਾਮਾਰੀ ਹੋਈ, ਤੇ ਉਹ ਬਾਅਦ ਵਿੱਚ ਇਹ ਵੀ ਕਹਿ ਸਕਦੇ ਨੇ ਕਿ ਉਹ ਮੇਰਾ ਭਾਣਜਾ ਨਹੀਂ ਆ, ਮੇਰਾ ਦੂਰ ਦਾ ਰਿਸ਼ਤੇਦਾਰ ਆ। ਪਰ ਹਾਲੇ ਤੱਕ ਦੀਆਂ ਜਿਹੜੀਆਂ ਕਨਸੋਵਾਂ ਉਹ ਇਹੀ ਨੇ ਕਿ ਉਹ ਇੱਕ ਵੱਡਾ ਘਪਲਾ ਕਰਕੇ ਤੇ ਸਾਰੇ ਦਫ਼ਤਰੀ ਰਿਕਾਰਡ ਵੀ ਲੈ ਕੇ ਬੰਦਾ ਫਰਾਰ ਦੱਸਿਆ ਜਾਂਦਾ ਜੀ। ਤੇ ਸ਼ਰਮਾ ਜੀ, ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ 'ਚ ਅਗਲੇ ਮੁੱਦਿਆਂ ਤੇ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਰ ਤੋਂ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਇੱਕ ਪਾਸੇ ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ, ਕਿਸਾਨਾਂ ਦੀ ਸੰਸਦ ਚੱਲ ਰਹੀ ਹੈ। ਇਸ ਦੇ ਦਰਮਿਆਨ ਅੱਜ ਕਿਸਾਨ ਮੋਰਚਿਆਂ ਤੇ ਕੋਈ ਖਾਸ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹ ਕਿਹੜਾ ਦਿਹਾੜਾ ਹੈ? ਕਾਰਪੋਰੇਟ ਖੇਤੀ ਛੱਡੋ ਦਿਵਸ ਉਹਨਾਂ ਨੇ ਕਿਹਾ। ਇਹਨੂੰ ਇੱਕ ਬਿਲਕੁਲ ਨਵੀਂ ਗੱਲ ਸਾਹਮਣੇ ਲੈ ਕੇ ਆਂਦੀ ਆ ਕਿ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਹਾਂ ਕਿ ਖੇਤੀ ਦੇ ਵਿੱਚ ਜਦੋਂ ਤੋਂ ਬਿਜ਼ਨਸ ਮਾਡਲ ਆਇਆ ਉਸ ਦੇ ਨਾਲ ਹਾਲਾਂਕਿ ਸ਼ੁਰੂ 'ਚ ਇਹ ਲੱਗਾ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਵੱਧ ਰਹੀ ਆ, ਕਿਸਾਨ ਖੁਸ਼ਹਾਲ ਹੋ ਰਹੇ ਨੇ। ਪਰ ਜਦੋਂ ਲੰਬੇ ਰੂਪ ਦੇ ਵਿੱਚ ਉਹਨੂੰ ਦੇਖਿਆ ਤੇ ਜਿਹੜੀਆਂ ਕੈਸ਼ ਕ੍ਰੌਪਸ ਸੀ ਉਹਨਾਂ ਨੇ ਕਿਸਾਨਾਂ ਦਾ ਕੁਝ ਵੱਡਾ ਭਲਾ ਨਾ ਕਰਕੇ ਉਹਦੇ ਨੁਕਸਾਨ ਵੱਧ ਹੋਏ। ਖੇਤੀ ਦੇ ਵਿੱਚ ਕਾਰਪੋਰੇਟਸ ਦਾ ਆਉਣਾ ਹਾਲਾਂਕਿ ਕਈ ਪਾਸਿਆਂ ਤੋਂ ਚੰਗਾ ਮੰਨਿਆ ਜਾਂਦਾ। ਜੇਕਰ ਫੂਡ ਦੀ ਪ੍ਰੋਕਿਉਰਮੈਂਟ ਲਈ, ਫੂਡ ਦੀ ਪ੍ਰੋਸੈਸਿੰਗ ਲਈ, ਫੂਡ ਦੀ ਸਟੋਰੇਜ ਲਈ ਤੇ ਫੂਡ ਦੇ ਵਿੱਚ ਜਿਹੜੀ ਹੈ ਟੈਕਨੋਲੋਜੀ ਦੀ ਵਰਤੋਂ ਲਈ ਖੇਤੀ ਦੀ ਵਿੱਚ ਜੇ ਕਾਰਪੋਰੇਟਸ ਮਦਦ ਕਰਨ ਤੇ ਉਹਦਾ ਕੁਝ ਫਾਇਦਾ ਹੋ ਸਕਦਾ ਸੀ। ਪਰ ਜਿਸ ਤਰੀਕੇ ਦੇ ਨਾਲ ਸਾਡੀਆਂ ਹੁਣ ਦੀਆਂ ਸਰਕਾਰਾਂ ਜਾਂ ਸਾਡੇ ਦੇਸ਼ ਦੀ ਗੱਲ ਨਾ ਕਰਕੇ ਦੁਨੀਆ ਦੀ ਹੀ ਗੱਲ ਕਰੀਏ ਤੇ ਕਾਰਪੋਰੇਟਸ ਨੂੰ ਜਿੱਦਾਂ ਇਹ ਗੱਲ ਸਾਹਮਣੇ ਲੈ ਕੇ ਆਏ ਆ ਕਿ ਸਾਰੀ ਦੁਨੀਆ ਦੇ ਉੱਤੇ ਕਬਜ਼ਾ ਹੀ ਜਿਹੜਾ ਆ ਖੇਤੀ ਦੇ ਉੱਤੇ ਕਰਨਾ ਪੈਣਾ ਸਭ ਤੋਂ ਪਹਿਲਾਂ। ਕਿਉਂਕਿ ਕੋਵਿਡ ਦੇ ਦੌਰਾਨ ਫੂਡ ਸਭ ਤੋਂ ਅਸੈਂਸ਼ੀਅਲ ਚੀਜ਼ ਸਾਹਮਣੇ ਆਈ ਆ। ਹਾਲਾਂਕਿ ਵਿੱਚ ਜੇ ਅਸੀਂ ਗੱਲ ਸਮਝਦੇ ਹਾਂ ਕਿ ਰੋਟੀ, ਕੱਪੜਾ ਔਰ ਮਕਾਨ ਜਿਹੜੀਆਂ ਅਸੈਂਸ਼ੀਅਲਸ ਨੇ, ਪਰ ਵਿੱਚ ਜੇ ਇੱਦਾਂ ਲੱਗਣ ਲੱਗ ਗਿਆ ਸੀਗਾ ਕਿ ਇਹ ਤਾਂ ਨੋਰਮਲ ਚੀਜ਼ ਹੈ, ਸਾਰਿਆਂ ਨੂੰ ਮਿਲੀ ਜਾਂਦੀ ਆ। ਬਾਕੀ ਬਹੁਤ ਸਾਰੀਆਂ ਹੋਰ ਲੋੜਾਂ ਨੇ, ਟੈਕਨੋਲੋਜੀ ਹੋ ਗਈ, ਟਰਾਂਸਪੋਰਟੇਸ਼ਨ ਹੋ ਗਈ, ਕਮਿਊਨੀਕੇਸ਼ਨ ਹੋ ਗਈ। ਪਰ ਇੱਕ ਵਾਰ ਫੇਰ ਸਮੇਂ ਨੇ ਆਪਣੇ ਆਪ ਨੂੰ ਗੇੜ ਦੇ ਕੇ ਵਾਪਸ ਉੱਥੇ ਲੈ ਕੇ ਆਂਦਾ ਕਿ ਰੋਟੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ। ਤੇ ਹੁਣ ਕਿਸਾਨ ਅੰਦੋਲਨ ਜਿਹੜਾ ਆ ਉਹ ਕਿਉਂਕਿ 7 ਮਹੀਨੇ 8 ਮਹੀਨੇ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਕਿਸਾਨਾਂ ਦੀ ਜਿਹੜੀ ਡਿਮਾਂਡ ਆ ਉਹ ਤਿੰਨੋਂ ਬਿੱਲ ਨੇ ਜਿਹੜੇ ਕਿ ਖੇਤੀ ਨੂੰ ਉਸ ਕਾਰਪੋਰੇਟਸ ਦੇ ਗਲਬੇ ਤੋਂ ਮੁਕਤ ਰੱਖਣ ਲਈ ਜ਼ਰੂਰੀ ਨੇ, ਉਹਨਾਂ ਬਿੱਲਾਂ ਨੂੰ ਰੱਦ ਕਰਨਾ। ਤੇ ਉਹਨਾਂ ਨੇ ਕਾਰਪੋਰੇਟਸ ਦੇ ਖਿਲਾਫ ਜਾਣ ਦੀ ਗੱਲ ਕੀਤੀ ਆ, ਕਾਰਪੋਰੇਟਸ ਦਾ ਜਿਹੜਾ ਮਾਡਲ ਆ ਉਹਨੂੰ ਰੱਦ ਕਰਨ ਦੀ ਗੱਲ ਕੀਤੀ ਆ। ਇਹ ਬਹੁਤ ਜ਼ਰੂਰੀ ਆ। ਪਰ ਸਰਕਾਰੀ ਮਦਦ ਤੋਂ ਬਿਨਾਂ ਤੇ ਜਾਂ ਹੋਰ ਸਾਰੇ ਵਸੀਲਿਆਂ ਤੋਂ ਬਿਨਾਂ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਉਹ ਖੇਤੀ ਪੱਖੀ ਹੋਣ, ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਦੀ ਜਿਹੜੀ ਇੱਕ ਪਾਲਿਸੀ ਬਣਾਈ ਜਾਵੇ ਵੀ ਕਿਹੜੀ ਜ਼ਮੀਨ 'ਚ ਕੀ ਬੀਜਿਆ ਜਾਣਾ ਚਾਹੀਦਾ, ਕੀ ਨਹੀਂ ਬੀਜਿਆ ਜਾਣਾ ਚਾਹੀਦਾ, ਕਿਹੜੀਆਂ ਚੀਜ਼ਾਂ ਨੂੰ ਮਿਲਣੀਆਂ ਚਾਹੀਦੀਆਂ, ਕਿਹੜੀਆਂ ਨਹੀਂ ਮਿਲਣੀਆਂ ਚਾਹੀਦੀਆਂ, ਪੈਸਟੀਸਾਈਡ, ਇਨਸੈਕਟੀਸਾਈਡ, ਖਾਦਾਂ ਦੀ ਵਰਤੋਂ ਬਾਰੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਲਈ ਲੰਬੀ ਚੌੜੀ ਐਨਾਲਿਸਿਸ, ਡਿਜ਼ਾਈਨ, ਪਲੈਨਿੰਗ, ਉਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਸਰਕਾਰ ਸਾਰੀਆਂ ਚੀਜ਼ਾਂ ਤੋਂ ਕੰਨ ਵੱਟ ਕੇ, ਪਾਸਾ ਵੱਟ ਕੇ ਤੇ ਸਾਰਾ ਕੁਝ ਕਾਰਪੋਰੇਟਸ ਨੂੰ ਦੇਣਾ ਚਾਹੁੰਦੀ ਹੈ। ਇਸ ਚੀਜ਼ ਨਾਲ ਜਦੋਜਹਿਦ ਕਰ ਰਹੇ ਨੇ ਕਿਸਾਨ ਕਾਫੀ ਲੰਬੇ ਸਮੇਂ ਤੋਂ। ਕਿਸਾਨ ਸੰਸਦ ਵੀ ਉਸੇ ਵਿਰੋਧ ਦਾ ਇੱਕ ਤਰੀਕਾ ਆ, ਜਦ ਕਿ ਉੱਥੇ ਬਹੁਤ ਵੱਡੇ ਲੋਕ, ਬੜੇ ਸਮਝਦਾਰ ਲੋਕ ਉੱਥੇ ਆ ਕੇ ਉਹਨੂੰ ਸੰਬੋਧਨ ਕਰਦੇ ਨੇ, ਆਪਣੀਆਂ ਗੱਲਾਂ ਦੱਸਦੇ ਨੇ ਉੱਥੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰੀ ਮਦਦ ਨਾਲ ਕੀਤੀਆਂ ਜਾ ਸਕਦੀਆਂ ਨੇ। ਬਦਲਣ ਦੀ ਲੋੜ ਕਿਸਾਨਾਂ ਵਾਲੇ ਪਾਸੇ ਤੋਂ ਵੀ ਹੈ, ਪਰ ਇਸ ਚੀਜ਼ ਨੂੰ ਗੱਭੇ ਛੱਡ ਕੇ, ਵਿਚਾਲੇ ਛੱਡ ਕੇ ਤੇ ਕਾਰਪੋਰੇਟਸ ਵੱਲ ਨੂੰ ਜਾਣਾ ਜਿਹੜਾ ਹੈ ਉਹ ਕੋਈ ਸਹੀ ਮਾਡਲ ਨਹੀਂ ਹੈਗਾ। ਇਸ ਗੱਲ ਦੇ ਉੱਤੇ ਜ਼ੋਰ ਜਿਹੜਾ ਆ ਕਿਸਾਨ ਅੰਦੋਲਨ ਦੇ ਰਿਹਾ।
ਤੇ ਸ਼ਰਮਾ ਜੀ ਹੁਣ NIA ਕਿਸ ਗੱਲ ਤੇ ਜ਼ੋਰ ਦੇ ਰਹੀ ਹੈ? ਕਿਉਂਕਿ ਪਹਿਲਾਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਕਿਸਾਨ ਪੱਖੀ ਜਾਂ ਹਮਾਇਤੀਆਂ ਦੇ ਘਰ ਛਾਪੇਮਾਰੀ ਹੋ ਰਹੀ ਸੀ, ਤੇ ਹੁਣ NIA ਕਿੱਥੇ ਛਾਪੇਮਾਰੀ ਕਰ ਰਹੀ ਹੈ? ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹਨੂੰ ਅਸੀਂ ਰਾਸ਼ਟਰੀ ਜਾਂਚ ਕਮਿਸ਼ਨ ਕਹਿੰਦੇ ਆ, ਉਹ ਇੱਕ ਭਾਰਤ ਸਰਕਾਰ ਦੀ ਬੋਡੀ ਆ ਜਿਹੜੀ ਜਿੱਥੇ ਵੀ ਕਿਤੇ ਬੇਨਿਯਮੀ ਹੋਵੇ ਉੱਥੇ ਛਾਪੇਮਾਰੀ ਉਹ ਕਰਦੇ ਨੇ। ਹੁਣ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ 50 ਤੋਂ ਵੱਧ ਜਿਹੜੇ ਉੱਥੇ ਦੇ ਲੀਡਰ ਨੇ ਵੱਖ-ਵੱਖ ਸੰਗਠਨਾਂ ਨਾਲ ਜੁੜੇ ਹੋਏ ਉੱਥੇ ਛਾਪੇਮਾਰੀ ਕੀਤੀ ਆ। ਉੱਥੋਂ ਕਹਿੰਦੇ ਆ ਕਿ ਦੇਸ਼ ਵਿਰੋਧੀ ਸਾਹਿਤ ਜਾਂ ਕੁਝ ਜਿਹੜਾ ਜਿਹਾਦ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਂ ਫਿਰ ਕਾਨੂੰਨੀ ਦਸਤਾਵੇਜ਼ ਜਾਂ ਪੈਸੇ ਨਾਲ ਲੈਣ ਦੇਣ ਦੀਆਂ ਚੀਜ਼ਾਂ ਜਿਹੜੀਆਂ ਆ ਉੱਥੋਂ ਫੜੀਆਂ ਗਈਆਂ ਨੇ। ਇਹ ਇੱਕ ਵੱਖਰੀ ਤਰ੍ਹਾਂ ਦੀ ਪ੍ਰਕਿਰਿਆ ਆ। ਇਹਦੇ ਤੇ ਜਿਹੜੇ ਹਿਊਮਨ ਰਾਈਟਸ ਨਾਲ ਦੇਖਣ ਵਾਲੇ ਲੋਕ ਆ ਉਹਨੂੰ ਦੂਸਰੇ ਤਰੀਕੇ ਨਾਲ ਦੇਖਦੇ ਨੇ, ਤੇ ਰਾਸ਼ਟਰੀ ਸੁਰੱਖਿਆ ਨੂੰ ਦੇਖਣ ਵਾਲੀ ਸਰਕਾਰ ਜਿਹੜੀ ਆ ਉਹ ਇਹਨੂੰ ਵੱਖਰੇ ਤਰੀਕੇ ਨਾਲ ਦੇਖਦੀ ਆ। ਤੇ ਅਸੀਂ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਆ ਉਹ ਸਭ ਤੋਂ ਜ਼ਿਆਦਾ ਇਹਦੀ ਟਾਈਮਿੰਗ ਦੇ ਉੱਤੇ ਧਿਆਨ ਦਿੰਦੇ ਨੇ ਕਿ ਜੇਕਰ ਰਾਸ਼ਟਰੀ ਸੁਰੱਖਿਆ ਏਜੰਸੀ ਨੂੰ ਕੁਝ ਗਲਤ ਲੱਗ ਰਿਹਾ, ਉਹਦੇ ਕੋਲ ਬਹੁਤ ਸਾਰੇ ਰਿਸੋਰਸਿਸ ਨੇ ਤੇ ਉਹ ਇੱਕ ਖਾਸ ਸਮੇਂ ਤੇ ਆ ਕੇ ਛਾਪਾਮਾਰੀ ਕਰਦੇ ਨੇ। ਬੀਤੇ ਦਿਨੀ 2 ਸਾਲ ਹੋ ਗਏ ਜੰਮੂ ਕਸ਼ਮੀਰ ਦੀ ਜਿਹੜੀ ਸਥਿਤੀ ਆ ਉਹਨੂੰ ਸਰਕਾਰ ਵੱਲੋਂ ਵੱਖ ਕੀਤਿਆਂ, ਰਾਜ ਤੋਂ ਬਣਾ ਕੇ ਉਹਨੂੰ ਤੋੜ ਕੇ ਤੇ ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ। 370 ਖਤਮ ਕਰ ਦਿੱਤੀ ਗਈ। ਇੱਕ ਹੋਰ ਧਾਰਾ ਸੀ ਉਹਨੂੰ ਵੀ ਖਤਮ ਕੀਤਾ ਗਿਆ। ਫਿਰ ਉੱਥੇ ਨਾਰਮਲਾਈਜੇਸ਼ਨ ਵੱਲ ਜਾਣ ਦੀ ਪ੍ਰਕਿਰਿਆ ਦੀ ਗੱਲ ਕਰਕੇ ਉੱਥੇ ਸੀਟਾਂ ਦੀ ਜਿਹੜੀ ਸੀ ਉਹ ਦੁਬਾਰਾ ਵੰਡ ਜਿਹੜੀ ਕਰਨ ਸੀ ਉਹਦੀ ਗੱਲ ਚੱਲਦੀ ਸੀ, ਉਹਦੇ ਲਈ ਕਮਿਸ਼ਨ ਬਣਾਇਆ ਗਿਆ। ਉੱਥੇ ਦੇ ਸਾਰੇ ਲੀਡਰਾਂ ਨੂੰ ਦਿੱਲੀ ਸੱਦ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਾਈ ਗਈ ਤੇ ਕਿਹਾ ਗਿਆ ਕਿ ਸਾਰਾ ਕੁਝ ਠੀਕ ਕਰ ਦਿਆਂਗੇ। ਅਸੀਂ ਆਸ ਕਰਦੇ ਸੀ ਕਿ ਆਉਣ ਵਾਲੇ ਦਿਨਾਂ 'ਚ ਉੱਥੇ ਚੋਣਾਂ ਹੋਣਗੀਆਂ, ਕੁਝ ਹਾਲਾਤ ਜਿਹੜੇ ਨੇ ਉਹ ਨਾਰਮਲ ਹੋਣਗੇ, ਸਟੇਟ ਦੀ ਸ਼ਾਇਦ ਰੀਕਨਸਟਰਕਸ਼ਨ ਕਰ ਦਿੱਤੀ ਜਾਵੇ, ਯੂਨੀਅਨ ਟੈਰੀਟਰੀਜ਼ ਨੂੰ ਮੋੜ ਕੇ ਦੁਬਾਰਾ ਸਟੇਟ ਬਣਾ ਦਿੱਤਾ ਜਾਵੇ। ਪਰ ਉੱਥੇ ਹੁਣ ਜਿਹੜੇ ਇਸ ਸਮੇਂ ਤੇ ਇਹ ਵਾਲੇ ਛਾਪੇ ਨੇ ਉਹ ਕੁਝ ਹੋਰ ਘਟਨਾਵਾਂ ਨੂੰ ਬਿਆਨ ਕਰਦੇ ਨੇ। ਜੇ ਕਿਤੇ ਕੋਈ ਊਣਤਾ ਆਈ ਆ ਤਾਂ ਉਹ ਛਾਪੇ ਜ਼ਰੂਰ ਹੋਣੇ ਚਾਹੀਦੇ ਨੇ, ਪਰ ਉਹਨਾਂ ਦੀ ਜਿਹੜੀ ਸਮਾਂ ਆ ਤੇ ਉਹਨਾਂ ਦੀ ਜਿਹੜੀ ਉਹ ਟੈਕਨੀਕ ਆ ਉਹ ਇਸ ਤਰੀਕੇ ਨਾਲ ਨਾ ਲੱਗੇ ਕਿ ਸਰਕਾਰ ਇਹਨਾਂ ਏਜੰਸੀਆਂ ਨੂੰ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ। ਤੇ ਸ਼ਰਮਾ ਜੀ, ਪ੍ਰੋਗਰਾਮ ਦੇ ਅਖੀਰ ਵਿੱਚ ਥੋੜੇ ਜਿਹੇ ਸ਼ਬਦਾਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਪਿੱਛੇ ਜਿਹੇ ਇੱਕ ਮੰਗ ਕੀਤੀ ਸੀ ਤੇ ਹੁਣ ਅਖਿਲੇਸ਼ ਯਾਦਵ ਨੇ ਵੀ ਉਹੀ ਮੰਗ ਦੁਹਰਾਈ ਹੈ। ਇਹ ਮੰਗ ਕੀ ਹੈ ਤੇ ਕਿਉਂ ਇਹਦਾ ਇਸ ਵੇਲੇ ਗੱਲਬਾਤ ਚੱਲ ਰਹੀ ਹੈ? ਦੇਖੋ, ਪਹਿਲਾਂ ਤਾਂ ਇਹ ਗੱਲ ਜਿਹੜੀ ਆ ਇਹ ਬਹੁਤ ਇੱਕ ਵੱਡਾ ਮੁੱਦਾ ਰਾਸ਼ਟਰੀ ਪੱਧਰ ਤੇ ਬਣਿਆ ਹੋਇਆ। ਦੂਸਰੀ ਗੱਲ, ਇਹ ਯੂਪੀ ਕੱਲੀ ਦੀ ਗੱਲ ਨਹੀਂ ਹੈ। ਜਿੱਦਾਂ ਤੁਸੀਂ ਆਪਣੇ ਸਵਾਲ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਕਿ ਕੁਝ ਦਿਨ ਪਹਿਲਾਂ ਨਿਤੀਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਔਰ BJP ਦੀ ਕੋਲੀਸ਼ਨ ਗਵਰਨਮੈਂਟ ਦੇ ਉਹ ਹਿੱਸੇਦਾਰ ਨੇ, ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਜਿਹੜੀ ਆ ਕਾਸਟ ਬੇਸ ਸੈਂਸਸ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਇੱਕ ਪ੍ਰੋਜੈਕਟ ਚੱਲਿਆ ਸੀ, SECC, ਸੋਸ਼ੀਓ ਇਕਨੋਮਿਕ ਕਾਸਟ ਬੇਸ ਸੈਂਸਸ। ਉਹਦਾ ਪਾਇਲਟ ਪ੍ਰੋਜੈਕਟ ਪੰਜਾਬ 'ਚ ਹੋਇਆ ਸੀ। ਪੰਜਾਬ ਦੀ ਸਾਰੀ ਜਿਹੜੀ ਆ ਜਨਗਣਨਾ ਕੀਤੀ ਗਈ ਸੀ। ਉਹਦੇ ਤੇ ਭਾਰਤ ਇਲੈਕਟ੍ਰੋਨਿਕਸ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਇੱਕ ਬੋਡੀ ਆ, ਉਹਨੇ ਇੱਕ ਟੈਬ ਦਿੱਤੇ ਸੀ, ਕੋਈ 10 ਇੰਚ ਦਾ ਇੱਕ ਕੰਪਿਊਟਰ ਨੁਮਾ ਯੰਤਰ ਸੀ। ਉਹ ਇੱਥੇ ਔਰ ਬੱਚਿਆਂ ਨੇ ਘਰ ਘਰ ਜਾ ਕੇ ਜਾਂ ਉਹਦੇ ਜਿਹੜੇ ਉਹਨਾਂ ਨੇ ਵਲੰਟੀਅਰਸ ਲਾਏ ਸੀ, ਉਹਨਾਂ ਨੇ ਘਰ ਘਰ ਜਾ ਕੇ ਜਿਸ ਕੰਪਨੀ ਨੂੰ ਇਹ ਕੰਟਰੈਕਟ ਮਿਲਿਆ ਸੀ ਉਹਨਾਂ ਨੇ ਕਾਸਟ ਬੇਸ ਸੈਂਸਸ ਕੀਤੀ ਸੀ। ਬਹੁਤ ਥੋੜ੍ਹੇ ਜਿਹੇ ਸਵਾਲ ਸੀ, ਬੰਦੇ ਦੀ ਜਾਤੀ ਪੁੱਛੀ ਜਾਂਦੀ ਸੀ, ਉਹਦੇ ਜਿਹੜੇ ਇਕਨੋਮਿਕ ਸਿਚੁਏਸ਼ਨ ਆ ਉਹਦੇ ਕੋਲ ਘਰ 'ਚ ਕੀ ਹੈ ਕੀ ਨਹੀਂ ਹੈ, ਉਹਦੀ ਆਮਦਨ ਦੇ ਸਰੋਤ ਕੀ ਨੇ, ਉਹ ਕੁਝ ਜਿੱਦਾਂ ਇੱਕ ਸਰਵੇ ਹੁੰਦਾ ਨੈਸ਼ਨਲ ਲੈਵਲ 'ਤੇ ਉਹ ਹੋਇਆ ਸੀ। ਬਾਅਦ ਵਿੱਚ ਉਹ ਪੂਰੇ ਭਾਰਤ 'ਚ ਹੋਇਆ। ਜਦੋਂ ਸੰਸਦ ਦੇ ਉੱਤੇ ਰੱਖਿਆ ਗਿਆ ਫਿਰ ਉਹਦੇ ਬਾਰੇ ਬਹੁਤ ਰੌਲਾ ਪਿਆ ਕਿ ਇਹਨੂੰ ਜਨਤਕ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਲਾਲੂ ਪ੍ਰਸਾਦ ਯਾਦਵ ਨੇ ਉਦੋਂ, ਮੈਨੂੰ ਯਾਦ ਆ, ਬਹੁਤ ਵਿਰੋਧ ਕੀਤਾ ਸੀਗਾ ਕਿ ਇਹ ਜਿਹੜੀ ਜਾਤੀਗਤ ਸਮੀਕਰਨ ਆ ਇਹਨਾਂ ਨੂੰ ਬੜਾਵਾ ਦੇ ਰਿਹਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਬੀਤੇ ਦਿਨੀ ਜਦੋਂ ਪ੍ਰਧਾਨ ਮੰਤਰੀ ਨੇ ਕੈਬਨਿਟ ਦਾ ਵਿਸਤਾਰ ਕੀਤਾ, ਕੈਬਨਿਟ ਦਾ ਰੀਸ਼ਫਲ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੀ ਦੁਹਾਈ ਪਾਈ ਗਈ ਕਿ 29 ਤੋਂ ਜ਼ਿਆਦਾ ਮੰਤਰੀ ਅਸੀਂ OBC ਬਣਾਏ ਨੇ। ਇਹ ਇੱਕ ਵੱਖਰੀ ਤਰ੍ਹਾਂ ਦੀ ਬਹਿਸ ਨੂੰ ਜਨਮ ਦਿੱਤਾ ਇਸ ਗੱਲ ਨੇ ਕਿ OBC ਕਿਉਂ ਅੱਜ ਕੱਲ੍ਹ ਕੀਤਾ ਜਾਣ ਲੱਗਿਆ, ਜਦ ਕਿ ਇਸ ਸਰਕਾਰ ਦਾ ਜਿਹੜਾ ਪਹਿਲਾਂ ਦਾ ਜਿਹੜਾ ਪਲੈਨਿੰਗ ਆ ਉਹ ਇਸ ਗੱਲ ਦੇ ਉੱਤੇ ਰਹੀ ਆ ਕਿ ਜਿਹੜੀ ਵੋਟਰਾਂ ਨੂੰ ਦੋ ਫਾੜ ਕਰਨ ਦੀ ਰਾਜਨੀਤੀ ਉਹ ਧਰਮ ਦੇ ਆਧਾਰ ਤੇ ਰਹੀ ਆ ਕਿ ਹਿੰਦੂ ਨੂੰ ਵੱਖਰਾ ਕਰ ਦਿਓ, ਮੁਸਲਮਾਨ ਨੂੰ ਵੱਖਰਾ ਕਰ ਦਿਓ, ਜਾਂ ਫਿਰ ਰਾਮ ਮੰਦਿਰ ਨੂੰ ਵੀ ਉਹਦੇ ਨਾਲ ਜੋੜਿਆ ਜਾਂਦਾ ਰਿਹਾ ਕਿ BJP ਇੱਕ ਵੱਖਰੀ ਲਾਈਨ ਤੇ ਕੰਮ ਕਰਦੀ ਆ। ਫਿਰ ਇਹ ਧਰਮ ਤੋਂ ਹਟ ਕੇ ਅਚਾਨਕ ਜਾਤੀਗਤ ਸਮੀਕਰਨਾਂ ਵੱਲ ਨੂੰ ਕਿਉਂ ਆਇਆ, ਉਹਦੇ ਲਈ ਫਿਰ ਜਦੋਂ ਤੁਸੀਂ ਉਹਨੂੰ ਦੇਖਦੇ ਆ ਤੇ ਫਿਰ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ ਜਿਹੜੀਆਂ ਕਿ ਇਹਨਾਂ ਦੀ ਨੀਤ ਤੇ ਨੀਤੀ ਨੂੰ ਸਿੱਧ ਕਰਦੀਆਂ ਕਿ ਇਹ ਬੰਦੇ ਸਿਰਫ ਔਰ ਸਿਰਫ ਵੋਟਾਂ ਦੀ ਰਾਜਨੀਤੀ ਨੂੰ ਸੋਚਦੇ ਨੇ। ਯੂਪੀ ਦੇ ਵਿੱਚ ਅਗਲੇ ਸਾਲ ਪੰਜਾਬ ਦੇ ਨਾਲ ਹੀ ਇਲੈਕਸ਼ਨ ਹੋਣ ਵਾਲੀਆਂ ਨੇ, ਬਿਹਾਰ 'ਚ ਹਾਲਾਂਕਿ ਹੋਣੀ ਹੋਈਆਂ ਨੇ, ਉੱਥੇ ਟਾਈਮ ਹੈ, ਪਰ ਇਹਨਾਂ ਦੀ ਜਿਹੜੀ ਨੀਤੀ ਆ ਉਹ ਐਸੀ ਆ ਕਿ ਇੱਥੇ ਹੁਣ ਜਿਹੜੀ ਵੰਡ ਆ ਉਹਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾਇਆ ਜਾਵੇ, ਕਿਉਂਕਿ ਪੰਚਾਇਤ ਇਲੈਕਸ਼ਨ ਨੇ ਇਹ ਗੱਲ ਸਿੱਧ ਕੀਤੀ ਕਿ ਯੂਪੀ ਜਿਹੜੀ ਆ ਉਹ
ਬੀਜੇਪੀ ਗਵਰਨਮੈਂਟ ਬਿਲਕੁਲ ਠੀਕ ਨਹੀਂ ਹੈਗੀ। ਉੱਥੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਪੰਚਾਇਤ ਇਲੈਕਸ਼ਨਸ ਦੇ ਵਿੱਚ ਇਹ ਵੱਡੇ ਪੱਧਰ ਤੇ ਲੋਕਲ ਇਲੈਕਸ਼ਨ ਜਿਹੜੇ ਨੇ ਹਾਰੇ ਨੇ। ਹਾਲਾਂਕਿ ਬਾਅਦ ਵਿੱਚ ਉਹ ਉੱਥੇ ਆਪਣੇ ਪ੍ਰਧਾਨ ਬਣਾਉਣ ਦੇ ਬਲਾਕ ਸੰਮਤੀ ਜਾਂ ਜ਼ਿਲ੍ਹਾ ਪਰਿਸ਼ਦ ਦੇ ਲੈਵਲ ਤੇ ਕਾਮਯਾਬ ਰਹੇ ਨੇ, ਪਰ ਵੋਟ ਪਰਸੈਂਟੇਜ ਤੇ ਇਹਨਾਂ ਦੇ ਜਿਹੜੇ ਮੈਂਬਰਸ ਦਾ ਜਿੱਤਣਾ ਸੀ ਉਹ ਕੁਝ ਹੋਰ ਸਿੱਧ ਕਰਦਾ ਸੀ। ਹੁਣ OBC, ਬ੍ਰਾਹਮਣ, ਮੁਸਲਿਮ, ਅਦਰਸ, ਉਹ ਸਾਰੀਆਂ ਜਿਹੜੀਆਂ ਨੇ ਉਹ ਜੋੜ ਤੋੜ ਦੇ ਵਿੱਚ ਇਹਨਾਂ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਬਾਕੀਆਂ ਦੀ ਜਿਹੜੀ ਆ ਕਿਸੇ ਦੀ ਕੋਈ ਪੁਸ਼ਤ ਪਨਾਈ ਨਜ਼ਰ ਆਉਂਦੀ ਆ। ਜੇ ਦਲਿਤ ਵੋਟਰਸ ਨੇ ਜਾਂ ਜਾਟਵ ਨੇ ਯੂਪੀ ਦੇ ਵਿੱਚ, ਤਾਂ ਉਹ ਮਾਇਆਵਤੀ ਨੂੰ ਲੱਗਦਾ ਕਿ ਉਹ ਮੇਰੇ ਵੋਟਰ ਨੇ। ਜਿਹੜੇ ਯਾਦਵ ਨੇ ਉਹ ਮੁਲਾਇਮ ਸਿੰਘ ਯਾਦਵ ਐਂਡ ਪਾਰਟੀ ਨੂੰ ਲੱਗਦਾ ਕਿ ਉਹ ਮੇਰੇ ਵੋਟਰ ਨੇ। ਤੇ ਮੁਸਲਿਮਸ ਨੇ ਉਹ ਕਿਸੇ ਹੋਰ ਪਾਸੇ ਘੁੰਮਦੇ ਨੇ। ਬ੍ਰਾਹਮਣ ਜਿਹੜੇ ਨੇ ਉਹਨਾਂ ਦੀ ਗਿਣਤੀ 10-11% ਆ। ਜਦੋਂ ਓਵਰਆਲ ਹਿੰਦੂ ਦੀ ਗੱਲ ਕਰੀਏ ਤੇ ਉਹਨਾਂ ਦੀ ਗਿਣਤੀ ਕੁਝ ਹੋਰ ਆ। ਸੋ ਫਿਰ ਇਹਨਾਂ ਨੇ ਉਹ OBC ਵਾਲਾ ਜਿਹੜਾ ਕਾਰਡ ਆ ਉਹ ਖੇਲਿਆ। ਹੁਣ ਇਹ ਜਦੋਂ ਇਹਨਾਂ ਨੇ ਖੇਲਿਆ ਤੇ ਫਿਰ ਉਹ ਨਿਤਿਸ਼ ਕੁਮਾਰ ਨੂੰ ਵੀ ਕਹਿਣਾ ਪਿਆ ਕਿ ਅਸੀਂ ਉਹ ਜਾਤੀਗਤ ਜਨਗਣਨਾ ਜਿਹੜੀ ਉਹ ਕਰਾਵਾਂਗੇ। ਇਸੇ ਤਰ੍ਹਾਂ ਹੁਣ ਅਖਿਲੇਸ਼ ਨੇ ਵੀ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਉਹ ਜਨਗਣਨਾ ਕਰਵਾਵਾਂਗੇ। ਤੇ ਕਨਸੂਆਂ ਇਹ ਵੀ ਆ ਰਹੀਆਂ ਕਿ RSS ਇਸ ਗੱਲ ਦੇ ਉੱਤੇ ਵੀ ਤਿਆਰ ਆ ਕਿ ਉਹ ਅੱਜ ਕੱਲ੍ਹ ਸਾਰੇ ਹਿੰਦੁਸਤਾਨ ਨੂੰ ਸਲਾਹ ਦੇ ਰਹੇ ਨੇ ਕਿ ਸਵਾਮੀ ਵਿਵੇਕਾਨੰਦ ਨੂੰ ਪੜ੍ਹਿਆ ਜਾਵੇ, ਕਿਉਂਕਿ ਵਿਵੇਕਾਨੰਦ ਨੇ ਕਦੇ ਕਿਹਾ ਸੀਗਾ ਕਿ ਜਿਹੜੇ ਦਲਿਤ ਨੇ ਜਾਂ ਜਿਹੜੇ OBC ਨੇ ਉਹ ਇਸ ਦੇਸ਼ ਦੇ ਉੱਤੇ ਰਾਜ ਕਰਨਗੇ। ਉਹਨਾਂ ਨੇ ਸ਼ਬਦ ਵੀ ਦੂਸਰੇ ਵਰਤੇ ਹੋਏ ਨੇ ਜਿਨ੍ਹਾਂ ਦੀ ਵਰਤਣ ਦੀ ਮਨਾਹੀ ਹੈ, ਕਿਉਂਕਿ ਉਹ ਉਸ ਸਮੇਂ ਦੀਆਂ ਗੱਲਾਂ ਨੇ। ਤੇ ਹੁਣ RSS ਨੂੰ ਇਹ ਲੱਗਦਾ ਕਿ ਹਿੰਦੂ ਮੁਸਲਿਮ ਦੇ ਨਾਮ ਤੇ ਤੋੜ ਕੇ ਜਿਹੜਾ 2-3 ਵਾਰ ਰਾਜ ਕਰਨਾ ਸੀ ਉਹ ਹੋ ਗਿਆ। ਅਗਲੀ ਵਾਰ ਜੇ ਅਸੀਂ ਰਾਜ ਕਰਨਾ ਤੇ ਸਾਨੂੰ ਹੋਰ ਤਰ੍ਹਾਂ ਦੇ ਸਮੀਕਰਨ ਬਣਾਉਣੇ ਪੈਣਗੇ। ਸੋ ਇਹ ਬਿਲਕੁਲ ਧਰਮ ਤੋਂ ਜਾਤੀ ਵੱਲ ਨੂੰ ਹੋਣ ਦੀ ਜਿਹੜੀ ਪ੍ਰਕਿਰਿਆ ਆ, ਇਹ ਆਉਣ ਵਾਲੇ ਦਿਨਾਂ 'ਚ ਭਾਰਤ ਨੂੰ ਕਿੰਨਾ ਕੁ ਵੰਡੇਗੀ, ਕਿਹਦੇ ਪਾਸੇ ਇਹ ਕੁਰਾ ਬੈਠੇਗਾ, ਕਿਹਨੂੰ 4 ਮਿਲਣਗੇ, ਕਿਹਨੂੰ 8 ਕਾਣੇ ਮਿਲਣਗੇ, ਕਿਹਨੂੰ ਰਾਜਨੀਤੀ ਦੀ ਵਿਸਾਤ ਤੇ ਨੰਬਰਸ ਕਿਵੇਂ ਦੇ ਆਉਣਗੇ, ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਹਾਲੇ ਤੱਕ ਇਹ ਜਿਹੜੀ ਜਨਗਣਨਾ ਵਾਲੀ ਸਥਿਤੀ ਆ ਇਹ ਹੌਲੀ ਸਾਰੇ ਕਹਿਣ ਲੱਗ ਪਏ ਨੇ। ਜੀ ਤੇ ਸ਼ਰਮਾ ਜੀ, ਆਪਾਂ ਹੌਲੀ ਦੇਣੀ ਹੋਰ ਕੋਈ ਗੱਲ ਨਹੀਂ ਤੁਹਾਡੇ ਕੋਲੋਂ ਪੁੱਛਾਂਗੇ, ਕਿਉਂਕਿ ਸਮਾਂ ਪ੍ਰੋਗਰਾਮ ਦਾ ਮੁੱਕ ਗਿਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਤੋਂ ਅਗਲੇ ਮਾਹਿਰ ਮਹਿਮਾਨ ਦੇ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।